ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਤਿਲਕ ਤੇ ਜੰਝੂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਨਤਮਸਤਕ ਹੋ ਰਹੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ, ਕਲਗੀਧਰ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਦਇਆ ਨਿਧ ਅੰਤਰਯਾਮੀ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਪਾਉਂਟਾ ਸਾਹਿਬ ਵਿਖੇ ਬਿਰਾਜਮਾਨ ਹਨ। ਪਠਾਨ ਸਤਿਗੁਰਾਂ ਤੋਂ ਨਮਕ ਹਰਾਮੀ ਕਰ ਰਹੇ ਨੇ। ਪੀਰ ਬੁੱਧੂ ਸ਼ਾਹ ਦੇ ਕਹਿਣ 'ਤੇ ਪਠਾਨ ਮਹਾਰਾਜ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ। 500 ਪਠਾਨ ਨੇ, ਜਿਨ੍ਹਾਂ ਦੇ 4 ਜਰਨੈਲ ਸਨ। 4 ਚੋਂ 3 ਨਮਕ ਹਰਾਮੀ ਹੋਏ, ਪਰ ਕਾਲੇ ਖਾਨ ਇਹਨੇ ਆਪਣੇ ਨਾਲ ਦੇ ਸਾਥੀਆਂ ਨੂੰ ਲਾਹਨਤ ਪਾਈ ਕਿ ਤੁਸੀਂ ਸਹੀ ਨਹੀਂ ਕਰ ਰਹੇ। ਸਤਿਗੁਰੂ ਜੀ ਨੇ ਹਾਲਾਂਕਿ ਇਹਨਾਂ ਨੂੰ ਤਨਖਾਹਾਂ ਵਧਾ ਕੇ ਦੇਣ ਦਾ ਬਚਨ ਕਿਹਾ, ਇਹਨਾਂ ਦੀ ਸੂਰਮਤਾਈ ਨੂੰ ਵੰਗਾਰਿਆ ਕਿ ਸੂਰਮਿਓ ਬਹਾਦਰ ਹੋ। ਸੂਰਮੇ ਰਣ ਭੂਮੀ ਨੂੰ ਵੇਖ ਕੇ ਭੈ ਭੀਤ ਹੋ ਕੇ ਨਹੀਂ ਦੌੜਦੇ, ਸਗੋਂ ਸੂਰਮਿਆਂ ਅੰਦਰ ਚਾਅ ਪੈਦਾ ਹੁੰਦਾ। ਕਿਉਂ ਆਪਣੀ ਬੰਸ ਨੂੰ ਲਾਜ ਲਾ ਰਹੇ ਹੋ? ਪਰ ਇਹ ਪਠਾਨ ਨਹੀਂ ਮੰਨੇ। ਇਹਨਾਂ ਨੇ ਆਪਣੀ ਪੱਕੀ ਧਾਰਨਾ ਬਣਾ ਲਈ ਹੋਈ ਸੀ ਕਿ ਅਸੀਂ ਜਾਣਾ ਹੀ ਜਾਣਾ। ਚਲੇ ਜਾਂਦੇ ਗੱਲ ਵੱਖਰੀ ਸੀ। ਇਹਨਾਂ ਨੇ ਰਾਜੇ ਫਤਿਹ ਸ਼ਾਹ ਦੇ ਨਾਲ ਜਾ ਕੇ ਮਿਲਣ ਦੀ ਗੱਲ ਕਰ ਲਈ ਕਿ ਫਤਿਹ ਸ਼ਾਹ ਨੂੰ ਬੰਦੇ ਭੇਜ ਕੇ, ਚਿੱਠੀ ਭੇਜ ਕੇ ਆਖਿਆ ਕਿ ਸਾਨੂੰ ਲੁੱਟ ਮਾਫ ਕਰ ਦੇਈਂ, ਤੇਰੇ ਕੋਲੋਂ ਕੋਈ ਤਨਖਾਹ ਨਹੀਂ ਲੈਣੀ, ਜਿਹੜਾ ਗੁਰੂ ਜੀ ਦਾ ਖਜ਼ਾਨਾ ਜਿਹੜਾ ਲੁੱਟਾਂਗੇ ਉਹ ਸਾਡਾ ਹੋਵੇਗਾ। ਇੱਦਾਂ ਦੀਆਂ ਕਿਆਸਰਾਈਆਂ ਇਹਨਾਂ ਨੇ ਬਣਾ ਲਈਆਂ ਨੇ ਵੀ ਸ਼ਾਇਦ ਅਸੀਂ ਸਿੱਧੇ ਜਾ ਪਹੁੰਚਾਂਗੇ ਗੁਰੂ ਕੇ ਖਜ਼ਾਨੇ ਤਾਈਂ। ਕਾਲੇ ਖਾਨ ਨੇ ਆਖਿਆ ਤੁਸੀਂ ਐਸਾ ਨਾ ਕਰੋ। ਕਹਿਣ ਲੱਗੇ ਸਾਡੀ ਤਾਂ ਇਹੀ ਮਰਜ਼ੀ ਹੈ। ਉਧਰ ਸਤਿਗੁਰੂ ਜੀ ਨੇ ਇੱਕ ਵਾਰ ਭਾਈ ਸੰਗੋ ਸ਼ਾਹ ਨੂੰ ਭੇਜਿਆ ਰੋਕਣ ਲਈ ਕਿ ਢਾਲਾਂ ਭਰ ਕੇ ਦਿਆਂਗੇ ਪੈਸਿਆਂ ਦੀਆਂ, ਪਰ ਇਹ ਕਹਿੰਦੇ ਜੀ ਨਹੀਂ ਅਸੀਂ ਜਾਣਾ ਹੈ। ਫਿਰ ਕਲਗੀਧਰ ਜੀ ਨੇ ਆਖਿਆ ਸੰਗੋ ਸ਼ਾਹ ਜੀ ਉਹਨਾਂ ਨੂੰ ਕਹਿ ਦਿਓ ਜੇ ਜਾਣਾ ਤੇ ਹੁਣੇ ਨਿਕਲ ਜਾਣ, ਨਗਾਰਾ ਮੂਧਾ ਮਾਰ ਕੇ ਜਾਣ, ਜੇ ਨਗਾਰੇ ਤੇ ਚੋਭਾ ਨਾ ਮਾਰ ਬੈਠਣ ਕਿਤੇ ਭੁਲੇਖੇ ਨਾਲ ਵੀ, ਕਿਉਂਕਿ ਜੇ ਨਗਾਰੇ ਤੇ ਚੋਭ ਵੱਜੀ ਤੇ ਫਿਰ ਇਹਨਾਂ ਦੇ ਘੋੜੇ, ਇਹਨਾਂ ਦੇ ਹਥਿਆਰ ਖੋਏ ਜਾਣਗੇ। ਇਹ ਹਥਿਆਰ ਰੱਖਣ ਦੇ ਲਾਇਕ ਹੀ ਨਹੀਂ ਹਨ, ਕਾਹਦੇ ਸੂਰਮੇ ਨੇ। ਭਾਈ ਸੰਗੋ ਸ਼ਾਹ ਨੇ ਇਸੇ ਤਰ੍ਹਾਂ ਆ ਕੇ ਕਿਹਾ। ਇਹ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਜਾ ਮਿਲੇ ਨੇ, ਔਰ ਇੱਧਰ ਕਾਲੇ ਖਾਨ ਇਹ ਨਹੀਂ ਗਿਆ। ਇਹ ਕਹਿੰਦਾ ਮੈਂ ਤਾਂ ਨਮਕ ਹਲਾਲੀ ਕਰਨੀ ਆ, ਨਮਕ ਹਰਾਮੀ ਨਹੀਂ ਕਰਨੀ। 100 ਪਠਾਨ ਇਹਦੇ ਨਾਲ ਰਹਿ ਗਿਆ, 400 ਚਲੇ ਗਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਭੰਗਾਣੀ ਦੇ ਜੰਗ ਦੇ ਲੜਨ ਦੀ ਜਿਹੜੀ ਪੂਰੀ ਵਿਉਂਤਬੰਦੀ ਆ ਉਹ ਬਣਾ ਰਹੇ ਨੇ। ਮਹਾਰਾਜ ਜੀ ਇਤਨੇ ਮਹਾਨ ਸੈਨਾਪਤੀ ਨੇ, ਜਦੋਂ ਭੰਗਾਣੀ ਦਾ ਇਲਾਕਾ ਜਾ ਕੇ ਵੇਖੀਦਾ ਹੈ ਸਾਹਮਣੇ ਕੋਈ ਬਹੁਤਾ ਖੁੱਲ੍ਹਾ ਵੱਡਾ ਮੈਦਾਨ ਨਹੀਂ ਹੈ।
ਜਿੱਥੇ ਮਹਾਰਾਜ ਜੀ ਨੇ ਮੋਰਚਾ ਲਾਇਆ ਉਚਾਈ ਤੇ ਪਹਾੜੀ ਹੈ। ਉਹ ਦਰਖਤ ਅੱਜ ਵੀ ਉੱਥੇ ਸੋਭਨੀਕ ਹੈ, ਜਿਹਦੇ ਥੱਲੇ ਬਹਿ ਕੇ ਮਹਾਰਾਜ ਜੀ ਤੀਰ ਚਲਾਉਂਦੇ ਰਹੇ ਨੇ। ਔਰ ਸਾਹਮਣੇ ਜਿੱਥੇ ਪਹਾੜੀਆਂ ਦੀਆਂ ਫੌਜਾਂ ਪਹੁੰਚੀਆਂ, ਇਹ ਮਹਾਰਾਜ ਜੀ ਦੇ ਇੱਕ ਮਹਾਨ ਸੈਨਾਪਤੀ ਹੋਣ ਦੀ ਨਿਸ਼ਾਨੀ ਹੈ ਕਿ ਸਤਿਗੁਰੂ ਜੀ ਨੇ ਭੰਗਾਣੀ ਦੇ ਜੰਗ ਦੀ ਚੋਣ ਕੀਤੀ, ਭੰਗਾਣੀ ਦੇ ਮੈਦਾਨ ਦੀ ਚੋਣ ਕੀਤੀ ਹੈ। ਆਓ ਦਸ਼ਮੇਸ਼ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਕਲਗੀਧਰ ਸੁਆਮੀ ਜੀ ਦੇ ਚਰਨ ਕਮਲਾਂ ਦਾ ਆਸਰਾ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਸ ਗਏ ਜਬ ਖਾਨ ਇਮ ਸਤਿਗੁਰ ਖਤ ਲਿਖਵਾਏ। ਜਦੋਂ ਇਹ ਪਠਾਨ ਮਹਾਰਾਜ ਜੀ ਦੇ ਕੋਲੋਂ ਨਿਕਲ ਕੇ ਚਲੇ ਗਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇੱਕ ਚਿੱਠੀ ਲਿਖਵਾਈ ਹੈ। ਇਹ ਚਿੱਠੀ ਲਿਖਵਾਈ ਹੈ ਪੀਰ ਬੁੱਧੂ ਸ਼ਾਹ ਦੇ ਨਾਂ ਤੇ, ਕਿਉਂਕਿ ਇਹ ਜਿਹੜੇ ਪਠਾਨ ਸਨ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਆਪਣੇ ਕੋਲ ਭਰਤੀ ਕੀਤੇ ਸਨ। ਪੀਰ ਬੁੱਧੂ ਸ਼ਾਹ ਜੋ ਸਡੋਰੇ ਦੇ ਰਹਿਣ ਵਾਲੇ ਸੀ ਔਰ ਮਹਾਰਾਜ ਜੀ ਨਾਲ ਇਹਨਾਂ ਦਾ ਬੜਾ ਗੂੜਾ ਸਨੇਹ ਸੀ। ਤੋ ਉਸ ਵਕਤ ਜਦੋਂ ਪਠਾਨ ਚਲੇ ਗਏ, ਗੁਰਦੇਵ ਨੇ ਇੱਕ ਚਿੱਠੀ ਪੀਰ ਬੁੱਧੂ ਸ਼ਾਹ ਦੇ ਨਾਂ ਦੇ ਉੱਤੇ ਲਿਖ ਕੇ ਭੇਜੀ ਹੈ। ਬੁੱਧੂ ਸ਼ਾਹੇ ਸਮੀਪ ਤਬ ਤੂਰਨ ਦਇਓ ਪਠਾਏ। ਚਿੱਠੀ ਲਿਖ ਕੇ ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਬੜੀ ਛੇਤੀ ਨਾਲ ਕਾਹਲੀ ਨਾਲ ਸ੍ਰੀ ਪੌਂਟਾ ਸਾਹਿਬ ਤੋਂ ਪੀਰ ਬੁੱਧੂ ਸ਼ਾਹ ਦੇ ਕੋਲ ਸਡੌਰੇ ਨਗਰ ਦੇ ਵਿੱਚ ਭੇਜਿਆ ਹੈ। ਚੌਪਈ ਉਪਾਲੰਬ ਬਹੁਤੀ ਸਹਿ ਪਠਾਏ। ਉਸ ਚਿੱਠੀ ਦੇ ਵਿੱਚ ਇੱਕ ਮਿੱਠਾ ਜਿਹਾ ਉਲਾਂਭਾ ਵੀ ਦਿੱਤਾ ਹੈ, ਦੇਣਾ ਬਣਦਾ ਵੀ ਸੀ ਕਿ ਪੀਰ ਜੀ ਨੇ ਇਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ। ਫਿਰ ਇੱਕ ਦੋ ਬੰਦੇ ਨਹੀਂ, ਪੂਰੇ 500 ਬੰਦੇ ਸਨ, 500 ਪਠਾਨ ਸੀ। ਤੋ ਉਸ ਵਕਤ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦੱਸਣਾ ਵਿਹਿਤ ਵੀ ਸਮਝਿਆ ਕਿ ਇਸ ਵੇਲੇ ਲੋੜ ਸੀ ਸਾਨੂੰ ਜੰਗ ਦੇ ਮੈਦਾਨ 'ਚ, ਤੇ ਉਹ ਚਲੇ ਗਏ ਨੇ ਕਿ ਤੁਸੀਂ ਰਖਾਇਆ ਸੀ, ਉਹ ਇਸ ਵੇਲੇ ਸਾਡੇ ਕੋਲੋਂ ਬਾਗੀ ਹੋ ਕੇ ਚਲੇ ਗਏ ਨੇ। ਇਹ ਦੱਸਣਾ ਕਰਤੱਵ ਸੀ ਪੀਰ ਬੁੱਧੂ ਸ਼ਾਹ ਨੂੰ। ਇਸ ਕਰਕੇ ਮਹਾਰਾਜ ਜੀ ਨੇ ਚਿੱਠੀ ਵਿੱਚ ਉਹ ਸਾਰੀਆਂ ਗੱਲਾਂ ਲਿਖ ਕੇ ਭੇਜੀਆਂ ਹਨ। ਨੌਕਰ ਜੇ ਪਠਾਨ ਰਖਵਾਏ। ਲਿਖਿਆ ਹੈ ਪੀਰ ਜੀ, ਜਿਹੜੇ ਪਠਾਨ ਤੁਸਾਂ ਨੇ ਸਾਡੇ ਕੋਲ ਨੌਕਰਾਂ ਵਜੋਂ ਰਖਾਏ ਸਨ, ਪਾਵਤ ਰਹੇ ਰੋਜ਼ ਦਰਮਾਹਾ। ਜਿੰਨਾ ਤੁਸੀਂ ਕਿਹਾ ਸੀ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਰੋਜ਼ ਦਾ ਰੋਜ਼ੀਨਾ ਦਿੰਦੇ ਰਹੇ ਹਾਂ। ਯਾਨੀ ਕਿ 1 ਰੁਪਈਆ ਘੋੜ ਸਵਾਰ ਤੇ 5 ਰੁਪਈਏ ਰੋਜ਼ ਦੇ ਇਹਨਾਂ ਦੇ ਜਿਹੜੇ ਜਰਨੈਲ ਸਨ, ਉਹਦੇ ਮੁਤਾਬਕ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨੇ ਉਹ ਸਾਡੇ ਕੋਲੋਂ ਮਿਲਦੀਆਂ ਰਹੀਆਂ ਹਨ। ਧਨ ਗਨ ਲੀਨਸ ਆਪਣੇ ਪਾਹਾ। ਔਰ ਹੋਰ ਇਹਦੇ ਤੋਂ ਇਲਾਵਾ ਹੋਰ ਵੀ ਕਈ ਵਾਰ ਅਸੀਂ ਰੀਝ ਕੇ ਖੁਸ਼ੀ ਨਾਲ ਉਹਨਾਂ ਕੋਲੋਂ ਧਨ ਦਿੱਤਾ। ਕਈ ਵਾਰ ਉਹ ਵੀ ਮੰਗ ਲੈਂਦੇ ਸਨ ਕਿ ਮਹਾਰਾਜ ਜੀ ਸਾਨੂੰ ਪੈਸਿਆਂ ਦੀ ਧਨ ਦੀ ਜ਼ਰੂਰਤ ਹੈ। ਇੱਦਾਂ ਬੇਅੰਤ ਧਨ ਸਾਡੇ ਕੋਲੋਂ ਲੈਂਦੇ ਰਹੇ ਨੇ। ਅਬ ਹੈ ਜੰਗ ਕੋ ਕਾਰਜ ਪਰਿਓ। ਦਰਅਸਲ ਇਹ ਪਠਾਨ ਅਸੀਂ ਜੰਗ ਕਰਨ ਲਈ ਰੱਖੇ ਸੀ ਨਾ ਆਪਣੇ ਕੋਲ, ਵੀ ਜਦੋਂ ਜੰਗ ਯੁੱਧ ਦਾ ਵੇਲਾ ਹੋਵੇਗਾ ਇਹ ਸਾਡੇ ਨਾਲ ਰਲ ਕੇ ਦੁਸ਼ਮਣ ਦੇ ਨਾਲ ਲੜਨਗੇ। ਹੁਣ ਜਦੋਂ ਜੰਗ ਦਾ ਵੇਲਾ ਆਇਆ ਹੈ, ਦੇਖ ਗੀਦੀਆਂ ਕੋ ਮਨ ਡਰਿਓ। ਉਸ ਜੰਗ ਦੇ ਮੈਦਾਨ ਨੂੰ ਵੇਖ ਕੇ ਨਾ ਗੀਦੀਆਂ ਦਾ, ਇਹਨਾਂ ਕਾਇਰਾਂ ਤੇ ਬੁਜ਼ਦਲਾਂ ਦਾ ਮਨ ਡਰ ਗਿਆ। ਲੜਨ ਦੀ ਬਜਾਏ ਭੱਜਣਾ ਇਹਨਾਂ ਨੇ ਪਸੰਦ ਕੀਤਾ। ਲੱਖ ਰਾਜਨ ਕੀ ਸੈਨ ਕਨੇਰੀ। ਇਹ ਗੀਦੀ ਤੇ ਕਾਇਰ ਬਣ ਕੇ ਡਰੇ ਨੇ। ਇਹਨਾਂ ਵੇਖਿਆ ਕਿ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਆ ਬਹੁਤ ਜ਼ਿਆਦਾ ਹੈ, ਉਹਨਾਂ ਦੀ ਗਿਣਤੀ ਵੱਧ ਹੈ। ਬਸ ਇਹੀ ਵੇਖ ਕੇ ਡਰ ਗਏ ਨੇ, ਭੈ ਭੀਤ ਹੋ ਗਏ ਨੇ। ਬਨ ਕਾ ਤੁਰ ਚੜ ਗਏ ਤਿਸ ਬੈਰੀ। ਔਰ ਉਹਨਾਂ ਨਾਲ ਲੜਨ ਦੀ ਬਜਾਏ ਕਾਇਰ ਬਣ ਕੇ ਸਾਡੇ ਕੋਲ ਕਈ ਤਰ੍ਹਾਂ ਦੇ ਊਟ ਪਟਾਂਗ ਜੇ ਬਹਾਨੇ, ਜਿਵੇਂ ਛੋਟੇ ਛੋਟੇ ਨਿਆਣੇ ਨਹੀਂ ਬਹਾਨਾ ਲਾਉਂਦੇ ਤੇ ਵੱਡੇ ਉਸੇ ਵੇਲੇ ਅੰਦਾਜ਼ਾ ਲਾ ਲੈਂਦੇ ਵੀ ਇਹ ਬਹਾਨਾ ਲਾਉਂਦਾ ਹੈ।
ਇਦਾਂ ਦੇ ਬਹਾਨੇ ਲਾ ਕੇ ਕਾਇਰ ਬਣ ਕੇ ਸਾਡੇ ਕੋਲੋਂ ਨਿਕਲ ਗਏ ਹਨ, ਚਲੇ ਗਏ ਹਨ। ਜਾਏ ਗਿਰੇਸ਼ਨ ਸਾਥ ਮਿਲੇ ਹੈ। ਔਰ ਫਿਰ ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਜਾ ਕੇ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ, ਰਾਜੇ ਫਤਿਹ ਸ਼ਾਹ ਨੂੰ ਜਾ ਮਿਲੇ ਨੇ। ਅਸ ਨੌਕਰ ਰਖਵਾਏ ਭਲੇ ਹੈ। ਪੀਰ ਜੀ ਇਹ ਤੁਸੀਂ ਚੰਗੇ ਨੌਕਰ ਰਖਾਏ ਸੀ ਸਾਡੇ ਕੋਲ। ਇਹ ਕੋਈ ਗੁੱਸੇ ਵਾਲੇ ਉਲਾਂਭੇ ਨਹੀਂ ਸੀ ਪੀਰ ਜੀ ਪ੍ਰਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਨਾਲ ਪ੍ਰੇਮ ਹੋਵੇ ਨਾ, ਸਨੇਹ ਹੋਵੇ, ਉਹਦੇ ਨਾਲ ਫਿਰ ਮਿੱਠਾ ਜਿਹਾ ਉਲਾਂਭਾ ਚੱਲ ਵੀ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਇਹ ਚੰਗੇ ਨੌਕਰ ਤੁਸਾਂ ਸਾਡੇ ਕੋਲ ਰਖਾਏ ਸਨ। ਭਏ ਮੂੜ ਮਤ ਨਿਮਕ ਹਰਾਮੀ। ਇਹ ਮੂਰਖ ਮਤ ਵਾਲੇ ਨਮਕ ਹਰਾਮੀ ਹੋ ਗਏ ਨੇ, ਗੁਰੂ ਘਰ ਦਾ ਲੂਣ ਖਾ ਕੇ ਨਮਕ ਹਰਾਮੀ ਹੋਏ ਨੇ। ਨਹੀਂ ਕਾਮ ਆਏ ਨਿਜ ਸੁਆਮੀ। ਜਿਸ ਸੁਆਮੀ ਦਾ ਲੂਣ ਖਾਂਦੇ ਰਹੇ ਨੇ, ਆਪਣੇ ਉਸ ਸੁਆਮੀ ਦੇ ਮਾਲਕ ਦੇ ਕੰਮ ਨਹੀਂ ਆਏ। ਬੁੱਧੂ ਸ਼ਾਹੇ ਪੜਿਓ ਖਤ ਜਬੈ। ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਵੱਲੋਂ ਭੇਜੀ ਜਦੋਂ ਇਹ ਲਿਖਤ, ਮਹਾਰਾਜ ਜੀ ਵੱਲੋਂ ਭੇਜੀ ਚਿੱਠੀ ਪੜ੍ਹੀ ਹੈ। ਧੁਨਿਓ ਸੀਸ ਜੁਤ ਚਿੰਤਾ ਤਬੈ। ਪੀਰ ਜੀ ਨੇ ਮਨ 'ਚ ਬੜੀ ਡਾਢੀ ਚਿੰਤਾ ਕਰਕੇ ਸਿਰ ਧੁਨਿਆ। ਕਹਿੰਦੇ ਇਹ ਤਾਂ ਬਹੁਤ ਮਾੜਾ ਹੋਇਆ, ਇਹ ਤਾਂ ਬਹੁਤ ਗਲਤ ਹੋਇਆ। ਤੋ ਪੀਰ ਜੀ ਆਪਣਾ ਸਿਰ ਧੁੰਦੇ ਨੇ, ਮਨ 'ਚ ਚਿੰਤਾ ਕਰਦੇ ਨੇ। ਮੁਝ ਕੋ ਬੀਚ ਦੀਨ ਮਤ ਮੂੜੇ। ਮੂਰਖਾਂ ਨੇ ਮੈਨੂੰ ਵਿੱਚ ਵਿਚੋਲਾ ਬਣਾਇਆ ਸੀ, ਵਿੱਚ ਮੈਨੂੰ ਵਿਚੋਲਾ ਬਣਾਇਆ ਸੀ ਕਿ ਤੁਸੀਂ ਸਾਡੀ ਸ਼ਾਦੀ ਭਰੋ। ਰਣ ਤੇ ਡਰ ਕਰ ਗਏ ਅਰੂੜੇ। ਪਰ ਇਹ ਮੂਰਖਾਂ ਨੇ ਮੇਰੇ ਮੂੰਹ ਦੇ ਉੱਤੇ ਵੀ ਕਲੰਕ ਲਵਾ ਦਿੱਤਾ ਇੱਕ ਪ੍ਰਕਾਰ ਨਾਲ। ਜੰਗ ਦੇ ਮੈਦਾਨ ਵਿੱਚ ਲੜਨ ਦੀ ਬਜਾਏ ਛੱਡ ਕੇ ਚਲੇ ਗਏ, ਗੀਦੀ ਬਣ ਕੇ ਚਲੇ ਗਏ। ਉਪਾਲੰਬ ਸਤਿਗੁਰ ਕਹਿ ਸਾਚੋ। ਤੇ ਜਿਹੜੀ ਇਹ ਚਿੱਠੀ ਸਤਿਗੁਰਾਂ ਨੇ ਲਿਖ ਕੇ ਭੇਜੀ ਹੈ, ਇਹਦੇ ਵਿੱਚ ਜਿਹੜਾ ਉਹਨਾਂ ਦਾ ਉਲੰਭ ਹੈ ਉਹ ਵੀ ਬਿਲਕੁਲ ਸੱਚ ਹੈ। ਇਹ ਮੇਰੇ ਸਿਰ ਮੱਥੇ ਤੇ ਆ, ਉਹਨਾਂ ਮੈਨੂੰ ਉਲਾਂਭਾ ਦੇਣਾ ਹੀ ਸੀ ਕਿਉਂਕਿ ਮੈਂ ਉਹਨਾਂ ਦਾ ਵਿਚੋਲਾ ਸੀ, ਮੈਂ ਉਹਨਾਂ ਦੀ ਸ਼ਾਦੀ ਭਰੀ ਸੀ। ਜਿਸ ਤੇ ਪਰਿਓ ਤਿਨਹੂ ਸੰਗ ਕਾਚੋ। ਔਰ ਮੈਂ ਸਤਿਗੁਰੂ ਜੀ ਦੇ ਸਾਹਮਣੇ ਕੱਚਾ ਪਿਆ, ਉਹਨਾਂ ਦੇ ਸਾਹਮਣੇ ਮੈਨੂੰ ਥੱਥਾ ਥਿੱਥਾ ਪੈਣਾ ਪਿਆ ਹੈ। ਅਬ ਪੁਰਸ਼ਾਰਥ ਮੈਂ ਨਿਜ ਕਰਾਂ। ਪੀਰ ਜੀ ਨੇ ਸੋਚਿਆ, ਸੰਕਲਪ ਕੀਤਾ, ਜੇ ਉਹ ਮੂਰਖ ਚਲੇ ਗਏ ਨੇ, ਹੁਣ ਮੈਂ ਪੁਰਸ਼ਾਰਥ ਕਰਾਂਗਾ, ਮੈਂ ਬਲ ਧਾਰਨ ਕਰਾਂਗਾ। ਤਨ ਮਨ ਦੇ ਗੁਰ ਕਾਰਜ ਕਰਾਂ। ਮੈਂ ਆਪਣਾ ਤਨ ਮਨ ਸਭ ਗੁਰੂ ਦੇ ਚਰਨਾਂ ਚਰਪਣ ਕਰਕੇ ਜੇ ਜੰਗ ਦਾ ਕਾਰਜ ਬਣਿਆ ਤਾਂ ਉਹ ਕਾਰਜ ਜਾ ਕੇ ਆਪ ਕਰਾਂਗਾ। ਚਹਿਤ ਪ੍ਰਭੂ ਟਿਗ ਆਪਨ ਰਸੀਦ। ਹੁਣ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਕੋਲ ਆਪਣਾ ਆਪ ਪਹੁੰਚਾਇਆ ਚਾਹੁੰਦੇ ਨੇ ਕਿ ਮੈਂ ਕਿਸੇ ਤਰੀਕੇ ਸਤਿਗੁਰੂ ਜੀ ਕੋਲ ਪਹੁੰਚ ਕੇ ਮਹਾਰਾਜ ਜੀ ਦੀ ਜੰਗ ਦੇ ਮੈਦਾਨ ਦੇ ਵਿੱਚ ਮਦਦ ਕਰਾਂ। ਕਰੇ ਸਕੇਲਨ ਸਕਲ ਮੁਰੀਦ। ਉਸ ਵੇਲੇ ਪੀਰ ਜੀ ਨੇ ਆਪਣੇ ਬਹੁਤ ਸਾਰਿਆਂ ਮੁਰੀਦਾਂ ਨੂੰ ਆਵਾਜ਼ ਮਾਰੀ। ਪੀਰ ਜੀ ਦਾ ਸਤਿਕਾਰ ਬੜਾ ਸੀ ਇਲਾਕੇ 'ਚ, ਇਹਨਾਂ ਨੂੰ ਕਿਉਂਕਿ ਸੈਯਦ ਖਾਨਦਾਨ ਵਿੱਚੋਂ ਸਨ, ਸਤਿਕਾਰ ਸੀ। ਤੋ ਬਹੁਤ ਸਾਰੇ ਜਿਹੜੇ ਮੁਰੀਦ ਨੇ ਉਹ ਪੀਰ ਜੀ ਨੇ ਸੱਦੇ ਨੇ, ਬੁਲਾਏ ਨੇ। ਭਏ ਸਾਤ ਸੈ ਗਿਣਤੀ ਮਾਹੇ। ਤਕਰੀਬਨ ਗਿਣਤੀ ਵਿੱਚ ਉਹਨਾਂ ਮੁਰੀਦਾਂ ਦੀ ਜਦੋਂ ਗਿਣਤੀ ਕੀਤੀ ਤੇ 700 ਮੁਰੀਦ ਇਕੱਠੇ ਹੋਏ। 700 ਮੁਰੀਦ ਪੀਰ ਬੁੱਧੂ ਸ਼ਾਹ ਨੇ ਇਕੱਠੇ ਕੀਤੇ, ਜਿਨ੍ਹਾਂ 700 ਮੁਰੀਦਾਂ ਵਿੱਚ ਇਹਦੇ ਆਪਣੇ ਪੁੱਤਰ ਵੀ ਨਾਲ ਸਨ। ਰਣ ਕਰਬੇ ਕੀ ਧਰਤ ਉਮਾਹੇ। ਔਰ ਸਾਰਿਆਂ ਨੂੰ ਕਹਿ ਦਿੱਤਾ ਕਿ ਸੱਜਣੋ ਉਹੀ ਚੱਲਿਓ ਮੇਰੇ ਨਾਲ ਜਿਹੜੇ ਜੰਗ ਦੇ ਮੈਦਾਨ 'ਚ ਲੜ ਸਕਦੇ ਨੇ, ਕਿਉਂਕਿ ਉੱਥੇ ਲੜਨਾ ਪੈਣਾ। ਮਤਾ ਕਿਤੇ ਤੁਹਾਨੂੰ ਭੁਲੇਖਾ ਹੋਵੇ ਕਿ ਮੇਰੇ ਨਾਲ ਯਾਤਰਾ ਤੇ ਚੱਲਿਓ, ਹਿਜਰ ਤੇ ਚੱਲਿਓ, ਲੜਨਾ ਪਵੇਗਾ ਉੱਥੇ ਜਾ ਕੇ ਤੁਹਾਨੂੰ। ਜੇ ਲੜਨ ਦਾ ਚਾਹ ਹੈ ਤਾਂ ਮੇਰੇ ਨਾਲ ਟੁਰਿਓ। ਚਾਰ ਪੁੱਤਰ ਆਪਣੇ ਸੰਗ ਲੀਨੇ। ਪੀਰ ਜੀ ਦੇ 4 ਪੁੱਤਰ ਸਨ, ਉਹ 4 ਪੁੱਤਰ ਵੀ ਪੀਰ ਜੀ ਨੇ ਆਪਣੇ ਨਾਲ ਲੈ ਲਏ। ਸਵਾਧਾਨ ਸ਼ਸਤਰਨ ਜੁਤ ਕੀਨੇ। ਔਰ ਸਾਰਿਆਂ ਨੂੰ ਸ਼ਸਤਰਾਂ ਦੇ ਸਹਿਤ ਸਾਵਧਾਨ ਕੀਤਾ। ਸ਼ਹਿਰ ਸਢੋਰੇ ਤੇ ਚੱਲ ਪਰਿਓ। ਔਰ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਪੀਰ ਜੀ 700 ਮੁਰੀਦਾਂ ਦੇ ਸਮੇਤ ਸਢੌਰੇ ਨਗਰ ਤੋਂ ਸ੍ਰੀ ਪੌਂਟਾ ਸਾਹਿਬ ਨੂੰ ਚੱਲ ਪਏ। ਪ੍ਰੇਮ ਗੁਰੂ ਦਰਸ਼ਨ ਕੋ ਧਰਿਓ। ਔਰ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪ੍ਰੇਮ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪ੍ਰੀਤ ਧਾਰਨ ਕੀਤੀ ਹੈ ਪੀਰ ਜੀ ਨੇ। ਪਰਿਓ ਪੰਥ ਮਹਿ ਘਾਲਿਓ ਡੇਰਾ। ਔਰ ਕਹਿੰਦੇ ਚਲਦਿਆਂ ਪਹਿਲਾਂ ਰਸਤੇ ਵਿੱਚ, ਕਿਉਂਕਿ ਇੱਕੋ ਦਿਨ 'ਚ ਨਹੀਂ ਸੀ ਜਾ ਸਕਦੇ, ਫੌਜ ਜ਼ਿਆਦਾ ਹੈ, ਨਾਲ 700 ਬੰਦਾ ਹੈ,
ਉਹਨਾਂ ਸਾਰਿਆਂ ਨੂੰ ਸੰਭਾਲ ਕੇ ਚੱਲਣਾ ਹੈ। ਇਸ ਕਰਕੇ ਇੱਕ ਡੇਰਾ ਰਸਤੇ ਵਿੱਚ ਕੀਤਾ ਤੇ ਉਤਸਾਹ ਮੁਰੀਦਨ ਹੇਰਾ। ਔਰ ਵੇਖਿਆ ਪੀਰ ਨੇ ਵੀ ਨਾਲ ਦਿਆਂ ਸਾਰਿਆਂ ਮੁਰੀਦਾਂ ਵਿੱਚ ਉਤਸ਼ਾਹ ਹੈ, ਸਾਰੇ ਮੁਰੀਦਾਂ ਦੇ ਮਨਾਂ ਵਿੱਚ ਲੜਨ ਦਾ ਚਾਅ ਹੈ। ਇਤ ਪਠਾਨ ਤੀਨੋ ਸਿਰਦਾਰ। ਉਧਰ ਜਿਹੜੇ 3 ਪਠਾਨ ਭੱਜੇ ਨੇ ਨਾ, ਭੀਖਣ ਖਾਨ, ਨਜਾਬਤ ਖਾਨ ਤੇ ਇਹ ਜਿਹੜੇ ਪਠਾਨ ਹਯਾਤ ਖਾਨ, ਇਹ ਜਿਹੜੇ 3 ਪਠਾਨ ਗੁਰੂ ਸਾਹਿਬ ਜੀ ਤੋਂ ਬਾਗੀ ਹੋ ਕੇ ਗਏ ਨੇ। ਜਦੋਂ ਇਹ ਆਪਣੇ 400 ਪਠਾਨਾਂ ਦੇ ਸਮੇਤ ਮਹਾਰਾਜ ਜੀ ਦੇ ਕੋਲੋਂ ਗਏ, ਚੜ ਕਰ ਗਏ ਬਿਲੰਦ ਗਵਾਰ। ਇਹ ਸਾਰੇ ਗਵਾਰ ਬੇਵਕੂਫ, ਗਵਾਰ ਕਹਿੰਦੇ ਨੇ ਬੇਵਕੂਫ ਨੂੰ, ਜਿਨ੍ਹਾਂ ਨੂੰ ਅਕਲ ਨਾ ਹੋਵੇ, ਅਕਲ ਦੇ ਮੋਟੇ ਹੋਣ, ਇਹ ਸਾਰੇ ਚੜ ਕੇ ਚਲੇ ਗਏ ਸਤਿਗੁਰਾਂ ਕੋਲੋਂ। ਕਾਲੇ ਖਾਨਿਜ ਥਲ ਟਿਕ ਰਹਿਓ। ਪਰ ਇਹਨਾਂ ਦੇ ਨਾਲ ਦਾ ਜਿਹੜਾ ਚੌਥਾ ਜਰਨੈਲ ਸੀ ਕਾਲੇ ਖਾਨ, ਉਹ ਨਹੀਂ ਗਿਆ। ਉਹ ਆਪਣੀ ਜਗ੍ਹਾ ਤੇ ਆਪਣੇ ਟਿਕਾਣੇ ਤੇ ਟਿਕਿਆ ਰਿਹਾ। ਨਿਮਕ ਹਲਾਲ ਬਣੋ ਚਿਤ ਚਹਿਓ। ਉਹਨੇ ਕਹਿ ਦਿੱਤਾ ਕਿ ਮੈਂ ਤਾਂ ਸਤਿਗੁਰਾਂ ਦਾ ਨਮਕ ਹਲਾਲ ਬਣਨਾ, ਨਮਕ ਹਰਾਮੀ ਨਹੀਂ ਬਣਨਾ। ਮੈਂ ਗੁਰੂ ਪਾਤਸ਼ਾਹ ਦਾ ਲੂਣ ਖਾਧਾ, ਮੈਂ ਉਹਨਾਂ ਦਾ ਸਾਥ ਛੱਡ ਕੇ ਨਹੀਂ ਜਾਣਾ। ਪ੍ਰਭ ਢਿਗ ਸੁਧ ਪਹੁੰਚੀ ਤਿਸ ਕਾਲ। ਸਤਿਗੁਰੂ ਜੀ ਦੇ ਕੋਲ ਖਬਰ ਪਹੁੰਚੀ ਕਿ ਮਹਾਰਾਜ 3 ਜਰਨੈਲ 400 ਪਠਾਣਾ ਸਮੇਤ ਚਲੇ ਗਏ ਨੇ। ਇੱਕ ਜਰਨੈਲ ਉਹਨਾਂ ਦਾ ਕਾਲੇ ਖਾਨ 100 ਪਠਾਨ ਦੇ ਸਮੇਤ ਉੱਥੇ ਟਿਕਿਆ ਹੋਇਆ, ਉਹ ਨਹੀਂ ਗਿਆ। ਇਹ ਖਬਰ ਮਹਾਰਾਜ ਜੀ ਦੇ ਕੋਲ ਪਹੁੰਚੀ ਹੈ। ਗਏ ਖਾਨ ਧਰ ਤਰਾਸ ਬਿਸਾਲ। ਦੱਸਿਆ ਸੇਵਾਦਾਰ ਨੇ ਜਾ ਕੇ, ਮਹਾਰਾਜ ਜਿੰਨੇ ਪਠਾਨ ਨੇ ਡਰ ਧਾਰਨ ਕਰਕੇ ਜੰਗ ਦੇ ਮੈਦਾਨ ਤੋਂ ਚਲੇ ਗਏ ਨੇ। 3 ਸਿਰਦਾਰ ਬੇਮੁਖ ਹੋਏ ਭਾਗੇ। 3 ਜਰਨੈਲ ਜਿਹੜੇ ਉਹਨਾਂ ਦੇ 3 ਸਰਦਾਰ ਸਨ, ਉਹ ਤਾਂ ਬੇਮੁਖ ਹੋ ਕੇ ਨੱਠ ਗਏ ਨੇ, ਭੱਜ ਗਏ ਨੇ। ਇੱਕ ਬੈਠਿਓ ਨਹਿ ਧੀਰਜ ਤਿਆਗੇ। ਪਰ ਉਹਨਾਂ ਵਿੱਚੋਂ ਇੱਕ ਨਹੀਂ ਗਿਆ। ਉਹ ਬੜਾ ਧੀਰਜ ਰੱਖ ਕੇ, ਬੜੇ ਠਰਮੇ ਨਾਲ, ਸ਼ਾਂਤ ਮਤੇ ਨਾਲ ਬੈਠਾ ਹੋਇਆ ਹੈ। ਜ਼ੀਨ ਤੁਰੰਗਨ ਪਰ ਨਹਿ ਡਾਲੇ। ਉਹਨੇ ਆਪਣੇ ਘੋੜਿਆਂ ਤੇ ਕਾਠੀਆਂ ਨਹੀਂ ਪਾਈਆਂ। ਉਹਦੇ ਜਿਹੜੇ ਨਾਲ ਦੇ ਬੰਦੇ ਨੇ, ਉਹਨਾਂ ਵੀ ਘੋੜਿਆਂ ਤੇ ਕਾਠੀਆਂ ਨਹੀਂ ਪਾਈਆਂ। ਉਹ ਤਾਂ ਆਰਾਮ ਦੇ ਨਾਲ ਬੈਠੇ ਹੋਏ ਨੇ, ਮਾਨੋ ਜਿਵੇਂ ਉਹਨਾਂ ਨੇ ਨਾ ਜਾਣਾ ਹੋਵੇ। ਚੜਨ ਹੇਤ ਨਹਿ ਸ਼ਸਤਰ ਸੰਭਾਲੇ। ਨਾ ਹੀ ਉਹਨਾਂ ਨੇ ਆਪਣੇ ਸ਼ਸਤਰ ਬਸਤਰ ਸੰਭਾਲੇ ਨੇ, ਉਹ ਜਿਵੇਂ ਸਨ ਉਸੇ ਤਰ੍ਹਾਂ ਹੀ ਬੈਠੇ ਨੇ। ਸੁਨ ਕਲਗੀ ਧਰ ਦਾਸ ਬਿਠਾਇਓ। ਸੁਣ ਕੇ ਕਲਗੀਧਰ ਜੀ ਨੇ ਆਪਣਾ ਇੱਕ ਦਾਸ, ਆਪਣਾ ਇੱਕ ਸੇਵਾਦਾਰ ਭੇਜਿਆ ਹੈ। ਬੂਝੋ ਤੂੰ ਕਿਉਂ ਨਹੀਂ ਪਲਾਇਓ। ਮਹਾਰਾਜ ਜੀ ਨੇ ਆਖਿਆ, ਜਾ ਕੇ ਪੁੱਛੋ ਉਸ ਜਰਨੈਲ ਨੂੰ ਕਿ ਭਾਈ ਤੂੰ ਕਿਉਂ ਨਹੀਂ ਗਿਆ, ਤੂੰ ਆਪਣੇ ਸਾਥੀਆਂ ਦੇ ਨਾਲ ਕਿਉਂ ਨਹੀਂ ਜਾ ਕੇ ਰਲਿਆ। ਨਿਜ ਸੰਗਨ ਤੇ ਹੋਏ ਬਿਹੀਨ। ਤੂੰ ਆਪਣੇ ਸੰਗੀਆਂ ਤੋਂ ਵੱਖਰਾ ਕਾਹਨੂੰ ਹੁੰਨਾ, ਉਹਨਾਂ ਦਾ ਸਾਥ ਕਿਉਂ ਛੱਡਿਆ, ਕਿਉਂ ਨਹੀਂ ਉਹਨਾਂ ਦੇ ਨਾਲ ਜਾਂਦਾ। ਬੈਠ ਰਹਿਓ ਕਿਆ ਮਨ ਮਹਿ ਚੀਨ। ਕੀ ਸੋਚ ਕੇ ਮਨ ਦੇ ਵਿੱਚ ਬੈਠਾ ਹੋਇਆ, ਇਹ ਜਾ ਕੇ ਉਹਨੂੰ ਪੁੱਛੋ। ਜਾਏ ਸਿੱਖ ਨੇ ਬੂਝਨ ਕਰਿਓ। ਸਤਿਗੁਰੂ ਜੀ ਦੇ ਕਹਿਣ ਮੁਤਾਬਕ ਸਿੱਖ ਇਸ ਕਾਲੇ ਖਾਨ ਕੋਲ ਆਇਆ। ਕਾਲੇ ਖਾਨ ਨੂੰ ਆ ਕੇ ਪੁੱਛਿਆ, ਕਾਲੇ ਖਾਨ ਜੀ ਦੱਸੋ, ਤੁਸੀਂ ਕਿਉਂ ਨਹੀਂ ਗਏ ਆਪਣੇ ਸਾਥੀਆਂ ਨਾਲ? ਤੁਸੀਂ ਆਪਣੇ ਮਨ 'ਚ ਕੀ ਸੋਚ ਕੇ ਵਿਚਾਰ ਕੇ ਬੈਠੇ ਹੋਏ ਹੋ? ਕਾਲੇ ਖਾਂ ਬਿਰ ਤੰਤ ਉਚਰਿਓ। ਸੁਣ ਕੇ ਅੱਗੋਂ ਕਾਲੇ ਖਾਨ ਬੋਲਿਆ, ਕਹਿਣ ਲੱਗਾ, ਮੈਂ ਨਹਿ ਬਨ ਹਉ ਨਿਮਕ ਹਰਾਮੀ। ਕਹਿਣ ਲੱਗਾ ਜੀ ਗੁਰੂ ਜੀ ਨੂੰ ਕਹੋ ਮੈਂ ਨਮਕ ਹਰਾਮੀ ਬਣ ਕੇ ਨਹੀਂ ਜਾਣਾ ਚਾਹੁੰਦਾ। ਮੈਂ ਗੁਰੂ ਸਾਹਿਬ ਦਾ ਲੂਣ ਖਾਧਾ, ਨਮਕ ਖਾਧਾ ਉਹਨਾਂ ਦਾ, ਮੈਂ ਨਮਕ ਹਰਾਮੀ ਬਣ ਕੇ ਨਹੀਂ ਜਾਣਾ। ਮੈਂ ਆਪਣੀ ਕੁੱਲ ਨੂੰ ਵੱਟਾ ਨਹੀਂ ਲਾਉਣਾ। ਆਵੋ ਨਿਜ ਸੁਆਮੀ ਕੇ ਕਾਮੀ। ਜਿਸ ਸੁਆਮੀ ਦਾ ਲੂਣ ਖਾਧਾ, ਜਿਸ ਦੀ ਦਿੱਤੀ ਰੋਟੀ ਹੁਣ ਤੱਕ ਖਾਧੀ ਹੈ, ਮੈਂ ਆਪਣੇ ਉਸ ਸੁਆਮੀ ਦੇ ਕੰਮ ਆਉਣਾ। ਮੇਰੇ ਉਸ ਸੁਆਮੀ ਦਾ ਇਸ ਵੇਲੇ ਕੰਮ ਹੈ ਜੰਗ ਦੇ ਮੈਦਾਨ ਵਿੱਚ, ਤੇ ਮੈਂ ਉਸ ਜੰਗ ਦੇ ਮੈਦਾਨ ਵਿੱਚ ਆਪਣੇ ਸੁਆਮੀ ਦੇ ਕਾਰੇ ਆਉਣਾ, ਕੰਮ ਲੱਗਣਾ ਹੈ। 100 ਅਸਵਾਰ ਸੰਗ ਹੈ ਮੇਰੇ ਨਾਲ ਮੇਰਾ 100 ਪਠਾਨ ਹੈ ਜੋ ਮੇਰੇ ਅਧੀਨ ਕੰਮ ਕਰਦਾ ਹੈ। ਪਰੇ ਜੰਗ ਦੇ ਪ੍ਰਾਣ ਅਗੇਰੇ। ਜਦੋਂ ਜੰਗ ਦਾ ਮੈਦਾਨ ਭਖੇਗਾ, ਉਦੋਂ ਇਹ ਮੇਰੇ ਨਾਲ ਅੱਗੇ ਹੋ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਣਗੇ। ਲਰ ਕਰ ਮਰ ਕਰ ਪਿਸਤ ਸਿਧਾਵੈ। ਔਰ ਜੇ ਜੀਵਦੇ ਰਹੇ ਗੁਰੂ ਕੀਆਂ ਬਖਸ਼ਿਸ਼ਾਂ ਮਾਣਾਂਗੇ, ਨਾ ਜਿਉਂਦੇ ਰਹੇ ਤਾਂ ਜੰਗ ਦੇ ਮੈਦਾਨ 'ਚ ਮਰ ਕੇ ਮੁੱਕ ਕੇ ਬਹਿਸ਼ਤ ਨੂੰ ਜਾਵਾਂਗੇ। ਜੀਵਤ ਜੈ ਗੁਰ ਤੇ ਧਨ ਪਾਵੈ। ਜੇ ਜਿਉਂਦੇ ਰਹੇ
ਜਿੱਤ ਪ੍ਰਾਪਤ ਹੋਈ ਤਾਂ ਗੁਰੂ ਸਾਹਿਬ ਦੀ ਕਿਰਪਾ, ਸਤਿਗੁਰਾਂ ਦੀ ਬਖਸ਼ਿਸ਼, ਮਹਾਰਾਜ ਜੀ ਕੋਲੋਂ ਖੁੱਲੀ ਮਾਇਆ ਦੇ ਗੱਫੇ ਵੀ ਪ੍ਰਾਪਤ ਕਰਾਂਗੇ। ਪ੍ਰਭ ਕੋ ਕਰ ਹੈ ਨਿਮਕ ਹਲਾਲ, ਔਰ ਆਪਣੇ ਸੁਆਮੀ ਦਾ ਖਾਧਾ ਲੂਣ ਅਸੀਂ ਹਲਾਲ ਕਰਾਂਗੇ। ਦੀਨ ਦੁਨੀ ਸੁਧਰਾਏ ਬਿਸਾਲ, ਔਰ ਆਪਣਾ ਲੋਕ ਪਰਲੋਕ ਦੋਵੇਂ ਸਵਾਰਾਂਗੇ, ਆਪਣਾ ਲੋਕ ਪਰਲੋਕ ਦੋਵੇਂ ਹੀ ਸੁਹੇਲੇ ਕਰਾਂਗੇ। ਸੁਨ ਕਰ ਗਇਓ ਕਹੀ ਸਭ ਬਾਤ, ਕਾਲੇ ਖਾਨ ਦੀਆਂ ਇਹ ਗੱਲਾਂ ਸੁਣ ਕੇ ਉਹ ਸਿੱਖ ਮਹਾਰਾਜ ਜੀ ਦੇ ਕੋਲ ਵਾਪਸ ਆਇਆ ਸਤਿਗੁਰਾਂ ਦੇ ਦਰਬਾਰ ਵਿੱਚ। ਬੋਲਿਓ ਆਨੰਦ ਚੰਦ ਬਖਿਆਤ, ਲਾਗੇ ਆਨੰਦ ਚੰਦ ਜੀ ਸਨ। ਦੀਵਾਨ ਆਨੰਦ ਚੰਦ ਜੀ ਨੂੰ ਆ ਕੇ ਉਹਨੇ ਸਾਰੀ ਗੱਲ ਦੱਸੀ ਜੋ ਕਾਲੇ ਖਾਨ ਨੇ ਕਹੀ। ਅਬ ਵਿਸ਼ਵਾਸ ਤੁਰਕਨ ਕੋ ਨਾਹੀ, ਆਨੰਦ ਚੰਦ ਅੱਗੋਂ ਬੋਲਿਆ, ਕਲਗੀਧਰ ਜੀ ਵੀ ਬੈਠੇ ਸੁਣ ਰਹੇ ਸਨ ਕਿ ਕਾਲੇ ਖਾਨ ਕਹਿੰਦਾ ਵੀ ਮੈਂ ਆਪਣਾ ਨਮਕ ਹਲਾਲ ਕਰਨਾ, ਸੁਆਮੀ ਦੇ ਕਾਰਜ ਵਿੱਚ ਮੂਹਰੇ ਹੋ ਕੇ ਲੜ ਕੇ ਮਰਨਾ। ਤੋ ਆਨੰਦ ਚੰਦ ਜੀ ਬੋਲੇ, ਕਹਿਣ ਲੱਗੇ ਹੁਣ ਇਹਨਾਂ ਮਲੇਛਾਂ ਦਾ ਵਿਸ਼ਵਾਸ ਨਹੀਂ ਕਰ ਸਕਦੇ, ਕਿਉਂਕਿ 400 ਪਠਾਨ ਇਹਦੇ ਨਾਲ ਦੇ ਭੱਜ ਗਏ ਨੇ, ਚਲੇ ਗਏ ਨੇ। ਐਨ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਮਾਹੌਲ ਭਖਿਆ ਹੋਵੇ ਤੇ ਉਦੋਂ ਇਹ ਭੱਜ ਕੇ ਜਾਣ, ਉਸ ਵੇਲੇ ਜ਼ਿਆਦਾ ਨੁਕਸਾਨ ਹੋਵੇਗਾ। ਹੋ ਸਕਦਾ ਕਿਸੇ ਨੀਤੀ ਤਹਿਤ ਨਾ ਰਹਿ ਗਏ ਹੁਣ ਇੱਥੇ, ਆਪਣੇ ਨਾਲ ਦੇ ਸਾਥੀਆਂ ਨਾਲ ਸਲਾਹ ਕਰਕੇ ਵੀ ਤੁਸੀਂ ਜਾਓ, ਅਸੀਂ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਵੱਲੋਂ ਲੜਾਂਗੇ ਤੇ ਐਨ ਮੌਕੇ ਤੇ ਤੁਹਾਡੇ ਵੱਲ ਆ ਜਾਾਂਗੇ। ਕੀ ਜਾਣਗੇ ਇਹਨਾਂ ਦੇ ਅੰਦਰ ਕੀ ਚੱਲਦਾ, ਇਹਨਾਂ ਦੇ ਅੰਦਰ ਕਿਹੜੀ ਖੋਟੀ ਬਿਰਤੀ ਚੱਲਦੀ ਹੈ। ਤੋ ਦੀਵਾਨ ਆਨੰਦ ਚੰਦ ਜੀ ਕਹਿੰਦੇ ਨੇ ਵੀ ਹੁਣ ਇਹਨਾਂ ਤੁਰਕਾਂ ਦਾ, ਮਲੇਛਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਰ ਹੈ ਦਗਾ ਰਹਿ ਕਰ ਹਮ ਪਾਹੀ, ਇਹ ਸਾਡੇ ਕੋਲ ਰਹਿ ਕੇ ਦਗਾ ਕਰਨਗੇ, ਫਰੇਬ ਕਰਨਗੇ। ਪਤਾ ਨਹੀਂ ਕੀ ਫਰੇਬ ਇਹਨਾਂ ਦੇ ਮਨ 'ਚ ਚੱਲਦਾ ਹੈ। ਪ੍ਰਭ ਜੀ ਕੀ ਸੁਨ ਰਾਖਨ ਕਹੀਏ ਹੈ, ਮਹਾਰਾਜ ਹੋਣੇ ਜਿਹੜੇ ਰਹਿ ਗਏ ਨੇ ਇਹਨਾਂ ਵਿੱਚੋਂ ਕਿਸੇ ਨੂੰ ਆਪਾਂ ਆਪਣੇ ਕੋਲ ਨਹੀਂ ਰੱਖਣਾ। ਕਿਨ ਕੋ ਹੀ ਇਹ ਭਰਾਤ ਵਿਚਰੀ ਹੈ, ਇਹ ਵੀ ਉਹਨਾਂ ਦਾ ਹੀ ਭਰਾ ਆ ਨਾ, ਜਿਹੜੇ ਪਹਿਲਾਂ ਗਏ ਨੇ, ਇਹ ਉਹਨਾਂ ਦਾ ਹੀ ਸੰਬੰਧੀ ਆ, ਉਹਨਾਂ ਦਾ ਹੀ ਭਰਾ ਹੈ। ਤਬ ਸਤਿਗੁਰ ਸਿੱਖ ਕੋ ਸਮਝਾਏ, ਉਸ ਵੇਲੇ ਮਹਾਰਾਜ ਜੀ ਨੇ ਜਿਹੜਾ ਸਿੱਖ ਆਇਆ ਸੀ ਨਾ ਕਾਲੇ ਖਾਨ ਕੋਲੋਂ, ਉਹਨੂੰ ਮਹਾਰਾਜ ਜੀ ਨੇ ਸਮਝਾਇਆ। ਕਹਿਣ ਲੱਗੇ, ਹੇਤ ਚੜਾਵਨ ਤੁਰਤ ਪਠਾਏ, ਆਖਿਆ ਕਿ ਜਾ ਭਾਈ ਸਿੱਖਾ ਕਾਲੇ ਖਾਨ ਨੂੰ ਆਖ ਕਿ ਤੁਸੀਂ ਵੀ ਆਪਣੀ ਫੌਜ ਸਮੇਤ ਇੱਥੋਂ ਚਲੇ ਜਾਓ। ਜਾਏ ਤੁਰਤ ਤੇ ਸਾਥ ਬਖਾਨੀ, ਔਰ ਉਸੇ ਵੇਲੇ ਉਹ ਸਿੱਖ ਗਿਆ, ਜਾ ਕੇ ਕਾਲੇ ਖਾਨ ਨੂੰ ਆਖਿਆ, ਕਾਲੇ ਖਾਨ ਸਤਿਗੁਰਾਂ ਨੇ ਕਿਹਾ ਕਿ ਜਿੱਧਰ ਤੇਰੇ ਸਾਥੀ ਗਏ ਨੇ ਤੂੰ ਵੀ ਚਲਾ ਜਾ। ਸੁਨੋ ਖਾਨ ਪਾਖੀ ਗੁਰਬਾਨੀ, ਆਖਿਆ ਖਾਨ ਜੀ ਸੁਣੋ ਕਲਗੀਧਰ ਜੀ ਨੇ ਜੋ ਬਚਨ ਕਹੇ ਨੇ। ਜਥਾ ਕੂੰਜ ਵਿੱਚ ਰਹਿ ਨਿਜ ਡਾਰ, ਜਿਵੇਂ ਕੂੰਜ ਆਪਣੀ ਡਾਰ ਤੋਂ ਵਿਛੜਦੀ ਹੈ ਨਾ, ਤੇ ਕੂੰਜ ਆਪਣੀ ਡਾਰ ਤੋਂ ਵਿਛੜ ਕੇ ਵਿਆਕੁਲ ਹੁੰਦੀ ਹੈ, ਦੁਖੀ ਹੁੰਦੀ ਜਦੋਂ ਆਪਣੀ ਡਾਰ ਨਾਲੋਂ ਵਿਛੜਦੀ ਹੈ। ਬਿਲਪਤ ਹੈ ਆਨੰਦ ਕੋ ਡਾਰ, ਉਹ ਆਪਣੇ ਸਾਰੇ ਆਨੰਦ ਛੱਡ ਦਿੰਦੀ ਹੈ ਔਰ ਰੋਂਦੀ ਕੁਰਲਾਉਂਦੀ ਹੈ। ਰਹਿਤ ਰਹਿਤ ਜਬ ਕਬ ਤਹ ਮਿਲੇ, ਔਰ ਉਹ ਹਮੇਸ਼ਾ ਚਾਹੁੰਦੀ ਰਹਿੰਦੀ ਹੈ ਕਿ ਕਦੇ ਮੁੜ ਕੇ ਮੈਂ ਫੇਰ ਆਪਣੀ ਉਸ ਡਾਰ ਨੂੰ ਜਾ ਕੇ ਮਿਲ ਜਾਵਾਂ। ਜਿਸ ਡਾਰ ਤੋਂ ਵਿਛੜੀ ਹੁੰਦੀ ਹੈ ਨਾ, ਰੋਂਦੀ ਕੁਰਲਾਉਂਦੀ ਇਹੀ ਚਾਹੁੰਦੀ ਹੈ ਵੀ ਜਦੋਂ ਉਹਨੂੰ ਦਾ ਲੱਗੇ ਉਹ ਭੱਜ ਕੇ ਫੇਰ ਉਸ ਡਾਰ ਦੇ ਨਾਲ ਜਾ ਰਲੇ। ਬਿਨਾ ਮਿਲੇ ਨਹਿ ਭਾਵਤ ਭਲੇ, ਕਿਉਂਕਿ ਜਦੋਂ ਤੱਕ ਉਹ ਕੂੰਜ ਆਪਣੀ ਡਾਰ ਨੂੰ ਨਹੀਂ ਮਿਲਦੀ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਉਹਨੂੰ ਖਾਣਾ ਪੀਣਾ ਕੁਝ ਵੀ ਚੰਗਾ ਨਹੀਂ ਲੱਗਦਾ, ਕੁਝ ਵੀ ਨਹੀਂ ਭਾਉਂਦਾ। ਤਿਮਹੀ ਆਪਣੀ ਦਸ਼ਾ ਨਿਹਾਰ ਹੋ, ਇਸੇ ਤਰ੍ਹਾਂ ਕਾਲੇ ਖਾਨ ਤੂੰ ਵੀ ਆਪਣੀ ਡਾਰ ਤੋਂ ਵਿਛੜੀ ਕੂੰਜ ਵਾਂਗੂ ਹੈ, ਤੇਰੀ ਦਸ਼ਾ ਵੀ ਹੁਣ ਉਹਨਾਂ ਉਸੇ ਕੂੰਜ ਵਾਂਗੂ ਹੈ। ਤੂਰਨ ਮਿਲਬੇ ਹੇਤ ਸਿਧਾਰ ਹੋ, ਇਸ ਕਰਕੇ ਜੇ ਆਪਣੀ ਡਾਰੋਂ ਵਿਛੜ ਗਿਆ, ਹਾਲੇ ਉਹ ਬਹੁਤੀ ਦੂਰ ਨਹੀਂ ਗਏ ਹੋਣੇ, ਤੂੰ ਛੇਤੀ ਜਾ ਕੇ ਉਹਨਾਂ ਦੇ ਨਾਲ ਮਿਲ ਜਾ, ਨਾਲ ਰਲ ਜਾ, ਤਾਂ ਜੋ ਤੇਰਾ ਉਹਨਾਂ ਦੇ ਨਾਲ ਸਨੇਹ ਬਣਿਆ ਰਹੇ। ਨਿਕਟ ਨ ਤੁਮ ਕੋ ਰੱਖ ਹੈ ਅਬੈ, ਕਿਉਂਕਿ ਸਤਿਗੁਰੂ ਜੀ ਨੇ ਕਹਿ ਦਿੱਤਾ ਉਹ ਹੁਣ ਤੈਨੂੰ ਆਪਣੇ ਕੋਲ ਨਹੀਂ ਰੱਖ ਸਕਦੇ। ਪਰੇ ਕਾਮ ਤੇ ਗੀਦੀ ਸਬੈ, ਕਿਉਂਕਿ ਜਦੋਂ ਕੰਮ ਪਿਆ ਤੇਰੇ ਨਾਲ ਦੇ ਸਾਥੀ ਸਾਰੇ ਗੀਦੀ ਹੋ ਗਏ, ਕਾਇਰ ਤੇ ਬੁਜਦਲ ਬਣ ਕੇ ਚਲੇ ਗਏ। ਖਾਨ ਲਾਭ ਨਿਜ ਸੰਗਨ ਸੰਗ, ਤੇ ਇਸ ਕਰਕੇ ਹੁਣ ਤੈਨੂੰ ਵੀ ਜਾਣਾ ਚਾਹੀਦਾ। ਜਿਨ੍ਹਾਂ ਸੰਗੀਆਂ ਨਾਲ ਤੈਨੂੰ ਭਰਤੀ ਕੀਤਾ ਸੀ ਉਹੀ ਚਲੇ ਗਏ ਨੇ, ਫਿਰ ਤੂੰ ਇੱਥੇ ਕੀ ਕਰਨਾ। ਹੁਣ ਜਿਹੜੀ ਹਾਨੀ ਹੋਵੇ ਚਾਹੇ ਲਾਭ ਹੋਵੇ
ਹੁਣ ਤੈਨੂੰ ਆਪਣੇ ਸੰਗੀਆਂ ਦੇ ਨਾਲ ਨਿਭ ਕੇ ਹਾਨੀ ਲਾਭ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਿਉਂ ਅਬ ਬੈਠੇ ਜਾਹੋ ਨਿਸ਼ੰਗ। ਕਾਲੇ ਖਾਨ ਜੀ ਕਿਉਂ ਬੈਠੇ ਹੋ ਹੁਣ ਤੁਸੀਂ? ਜਾਓ ਨਿਸ਼ੰਕ ਹੋ ਕੇ ਇੱਥੋਂ ਹੁਣ ਚਲੇ ਜਾਓ। ਸੁਨ ਕਾਲੇ ਖਾਂ ਬਹੁਰ ਬਖਾਨਾ। ਸੁਣ ਕੇ ਕਾਲੇ ਖਾਨ ਨੇ ਅੱਗੋਂ ਹੱਥ ਜੋੜੇ, ਸਿੱਖ ਨੂੰ ਕਹਿਣ ਲੱਗਾ, ਗੁਰ ਕੋ ਲਵਨ ਖਾਨ ਕਰ ਖਾਨਾ। ਕਹਿਣ ਲੱਗਾ ਮੈਂ ਸਤਿਗੁਰਾਂ ਦਾ ਲੂਣ ਖਾਦਾ, ਮਹਾਰਾਜ ਜੀ ਦਾ ਨਮਕ ਖਾਦਾ ਹੈ। ਪਰੇ ਜੰਗ ਕੇ ਜਾਓ ਨਾ ਕੈਸੇ। ਹੁਣ ਜੇ ਜੰਗ ਦਾ ਮਾਹੌਲ ਹੈ, ਜੋ ਮਰਜ਼ੀ ਹੋ ਜਾਏ, ਮੈਂ ਇਸ ਭਖੇ ਹੋਏ ਜੰਗ ਨੂੰ ਛੱਡ ਕੇ ਨਹੀਂ ਜਾ ਸਕਦਾ। ਆਪਣੇ ਸਵਾਮੀ ਦਾ ਤਿਆਗ ਕਰਕੇ ਜੰਗ ਦੇ ਮੈਦਾਨ ਚੋਂ ਨਹੀਂ ਜਾ ਸਕਦਾ। ਮੈਂ ਨਾ ਬਨ ਹੋ ਤਿਨਹੂ ਖਲ ਜੈਸੇ। ਮੈਂ ਉਹਨਾਂ ਮੂਰਖਾਂ ਵਰਗਾ ਨਹੀਂ ਬਣਨਾ, ਉਹਨਾਂ ਕਾਇਰਾਂ ਤੇ ਗੀਦੀਆਂ ਦੇ ਨਾਲ ਜਾ ਕੇ ਨਹੀਂ ਰਲਣਾ। ਉਹਨਾਂ ਨਾਲ ਅੱਜ ਤੋਂ ਬਾਅਦ ਮੈਂ ਬੈਠਣਾ ਛੱਡ ਦਿੱਤਾ, ਤਿਆਗ ਦਿੱਤਾ। ਦੇਹ ਨਾ ਦੇਹ ਗੁਰੂ ਧਨ ਆਗੇ। ਗੁਰੂ ਸਾਹਿਬ ਅੱਗੇ ਤੋਂ ਮੈਨੂੰ ਤਨਖਾਹ ਦੇਣ ਚਾਹੇ ਨਾ ਦੇਣ, ਮੈਂ ਨਹੀਂ ਜਾਣਦਾ। ਮੈਂ ਹੁਣ ਤਨਖਾਹ ਵਾਸਤੇ ਨਹੀਂ ਰਹਿਣਾ ਗੁਰੂ ਸਾਹਿਬ ਕੋਲ। ਇਹ ਉਹਨਾਂ ਦੀ ਮਰਜ਼ੀ ਹੈ ਕਿ ਅੱਜ ਤੋਂ ਅਗਲੇ ਦਿਨ ਤੋਂ ਬਾਅਦ ਤਨਖਾਹ ਗੁਰੂ ਸਾਹਿਬ ਮੈਨੂੰ ਦੇਣ ਕੇ ਨਾ ਦੇਣ। ਪਾਇਓ ਪ੍ਰਥਮ ਸਿਮਰ ਨਹਿ ਭਾਗੇ। ਜਿਹੜੀ ਤਨਖਾਹ ਸਾਨੂੰ ਪਹਿਲਾਂ ਦਿੱਤੀ ਹੈ ਗੁਰੂ ਸਾਹਿਬ ਨੇ, ਮੈਂ ਉਸ ਨੂੰ ਪ੍ਰਾਪਤ ਕਰਕੇ ਚੇਤੇ ਕਰਕੇ ਭੱਜਿਆ ਨਹੀਂ। ਉਹਨਾਂ ਦਾ ਜਿਹੜਾ ਦਿੱਤਾ ਹੋਇਆ ਧਨ ਹੈ, ਮੈਂ ਹਾਲੇ ਉਹਦਾ ਦੇਣ ਨਹੀਂ ਦਿੱਤਾ। ਜਿਹੜਾ ਉਹਨਾਂ ਦਾ ਲੂਣ ਖਾਦਾ, ਉਹ ਹਾਲੇ ਹਲਾਲ ਨਹੀਂ ਕੀਤਾ। ਇਮ ਕਹਿ ਰਹਿਓ ਸਥਿਰ ਤਹਿ ਹੋਏ। ਏਦਾਂ ਕਹਿ ਕੇ ਕਾਲੇ ਖਾਨ ਨੇ ਆਪਣਾ ਨਿਸ਼ਚਾ ਦੱਸ ਦਿੱਤਾ ਵੀ ਮੈਂ ਨਹੀਂ ਜਾਣਾ। ਮੈਂ ਤਾਂ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਜੀ ਵੱਲੋਂ ਲੜਨਾ, ਭਾਵੇਂ ਲੜਦਿਆਂ ਮੇਰੀ ਮੌਤ ਹੋ ਜਾਏ, ਮੈਂ ਸ਼ਹਾਦਤ ਨੂੰ ਪ੍ਰਾਪਤ ਹੋ ਜਾਵਾਂ। ਔਰ ਗੁਰੂ ਸਾਹਿਬ ਅੱਗੇ ਤੋਂ ਮੈਨੂੰ ਤਨਖਾਹ ਦੇਣ ਨਾ ਦੇਣ, ਅੱਗੇ ਹੋਰ ਜਿੰਨੇ ਦਿਨ ਨੇ, ਪਰ ਜੋ ਪਿਛਲੀ ਤਨਖਾਹ ਉਹਨਾਂ ਵੱਲੋਂ ਸਾਨੂੰ ਦਿੱਤੀ ਹੋਈ ਹੈ, ਮੈਂ ਉਸੇ ਨੂੰ ਯਾਦ ਕਰਕੇ ਸਿਮਰ ਕੇ ਗੁਰੂ ਪਾਤਸ਼ਾਹ ਲਈ ਲੜਨਾ ਹੈ। ਸੁਨੀ ਬਾਰਤਾ ਸੱਚ ਗੁਰ ਸੋਏ। ਜਦੋਂ ਸਤਿਗੁਰੂ ਜੀ ਨੇ ਕਾਲੇ ਖਾਨ ਦਾ ਇਹ ਨਿਸ਼ਚਾ ਸੁਣਿਆ, ਕਿਉਂਕਿ ਖਾਲਸਾ ਜੀ ਸਾਰਿਆਂ ਦੀ ਇੱਕ ਸਮਾਨ ਬਿਰਤੀ ਨਹੀਂ ਹੋਇਆ ਕਰਦੀ, ਕਿਸੇ ਵੀ ਮਤ ਮਜ਼ਹਬ ਦੀ ਸਾਰਿਆਂ ਦੀ ਇੱਕੋ ਸਮਾਨ ਬਿਰਤੀ ਨਹੀਂ ਹੈ। ਕਈ ਵਾਰ ਇੱਕੋ ਪਰਿਵਾਰ ਦੇ ਵਿੱਚ ਜੰਮੇ 4 ਜੀ ਹੁੰਦੇ ਐ, ਉਹਨਾਂ ਦੀ ਵੀ ਸੁਰਤ ਬਿਰਤ ਆਪਸ ਵਿੱਚ ਨਹੀਂ ਰਲਦੀ। ਇਸ ਕਰਕੇ ਇੱਕ ਜੀ ਦੀ ਖਰਾਬੀ ਕਰਕੇ ਸਾਰੇ ਨਹੀਂ ਫਾਹੇ ਟੰਗੇ ਜਾ ਸਕਦੇ। ਤੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਾਲੇ ਖਾਨ ਦਾ ਇਹ ਨਿਸ਼ਚਾ ਵੇਖਿਆ ਕਿ ਉਹਦਾ ਪੱਕਾ ਇਰਾਦਾ ਹੈ, ਹੋਏ ਪ੍ਰਸੰਨ ਤੇ ਨਿਕਟ ਹਕਾਰਾ। ਮਹਾਰਾਜ ਜੀ ਖੁਸ਼ ਹੋਏ ਕਿ ਚਲੋ ਕਿਤੇ ਇਮਾਨਦਾਰੀ ਦਾ ਬੀਜ ਨਾਸ ਤਾਂ ਨਹੀਂ ਨਾ ਹੈ, ਬੀਜ ਤਾਂ ਨਾਸ ਨਹੀਂ ਨਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋਏ ਤੇ ਆਖਿਆ ਕਾਲੇ ਖਾਨ ਨੂੰ ਸਾਡੇ ਕੋਲ ਸੱਦ ਕੇ ਲਿਆਓ। ਸਾਧ ਸਾਧ ਕਹਿ ਬਹੁ ਸਤਿਕਾਰਾ। ਕਾਲੇ ਖਾਨ ਆਇਆ। ਮਹਾਰਾਜ ਕਹਿੰਦੇ ਸ਼ਾਬਾਸ਼ ਹੈ ਪਠਾਨ ਦੇ ਪੁੱਤਰਾ, ਸ਼ਾਬਾਸ਼ ਹੈ ਤੇਰੇ, ਤੂੰ ਆਪਣੀ ਪਠਾਨ ਬਰਾਦਰੀ ਦੇ ਭਾਈਚਾਰੇ ਦਾ ਨਾਂ ਸਿਰਮੌਰ ਕੀਤਾ। ਤੂੰ ਆਪਣੀ ਕੁੱਲ ਨੂੰ ਕਲੰਕ ਨਹੀਂ ਲਾਇਆ, ਤੂੰ ਚੰਗੇ ਖਾਨਦਾਨ ਦਾ, ਸ਼ਾਬਾਸ਼ ਹੈ ਤੇਰੇ, ਸ਼ਾਬਾਸ਼ ਹੈ। ਇਦਾਂ ਕਹਿ ਕੇ ਮਹਾਰਾਜ ਜੀ ਨੇ ਕਾਲੇ ਖਾਨ ਨੂੰ ਸਤਕਾਰਿਆ। ਕੰਚਨ ਕੇ ਕੰਕਨ ਤਿਸ ਕਾਲਾ। ਮਹਾਰਾਜ ਜੀ ਦੇ ਆਪਣੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੋਏ ਸਨ। ਉਸ ਵੇਲੇ ਸੋਨੇ ਦੇ ਉਹ ਸੁੰਦਰ ਕੜੇ ਕਰੇ ਦੇਨ ਇੱਕ ਸੰਗ ਦੁਸ਼ਾਲਾ। ਮਹਾਰਾਜ ਜੀ ਨੇ ਲਾ ਕੇ ਦਿੱਤੇ। ਕਹਿੰਦੇ ਲੈ ਕਾਲੇ ਖਾਨ, ਅਸੀਂ ਇਹ ਤੈਨੂੰ ਇਨਾਮ ਦਿੰਦੇ ਆ ਤੇਰੀ ਇਮਾਨਦਾਰੀ ਦਾ। ਔਰ ਇੱਕ ਬੜਾ ਕੀਮਤੀ ਦੁਸ਼ਾਲਾ ਮੰਗਾ ਕੇ ਮਹਾਰਾਜ ਜੀ ਨੇ ਕਾਲੇ ਖਾਨ ਦਾ ਤਨ ਕੱਜਿਆ ਹੈ। ਕਹਿਓ ਬੋਹਰ ਸੁਨ ਵੀਰ ਪਠਾਨ। ਫਿਰ ਮਹਾਰਾਜ ਜੀ ਬੋਲੇ, ਆਖਿਆ ਵੀਰ ਪਠਾਨ ਕਾਲੇ ਖਾਨ ਸੁਣ, ਤੋ ਪਰ ਅਹੈ ਪ੍ਰਸੰਨ ਮਹਾਨ। ਤੇਰੇ ਤੇ ਸਾਡੀ ਪ੍ਰਸੰਨਤਾ ਹੈ, ਤੇਰੇ ਤੇ ਸਾਡੀਆਂ ਖੁਸ਼ੀਆਂ ਹਨ। ਨਿਮਕ ਹਲਾਲ ਭਇਓ ਅਬ ਤੇਰਾ। ਤੇਰਾ ਖਾਦਾ ਨਮਕ ਹਲਾਲ ਹੋ ਗਿਆ। ਭਾਵੇਂ ਤੂੰ ਜੰਗ ਚ ਹਾਲੇ ਨਹੀਂ ਲੜਿਆ, ਪਰ ਤੂੰ ਠਾਣ ਲਈ ਹੈ ਬਿਰਤੀ, ਤਾਂ ਤੇਰਾ ਖਾਦਾ ਹੋਇਆ ਨਮਕ ਗੁਰੂ ਘਰ ਦਾ ਹਲਾਲ ਹੋ ਚੁੱਕਾ ਹੈ। ਜਿਸ ਤੇ ਚਾਹੇ ਉਹ ਜੰਗ ਬਡੇਰਾ। ਜਿਸ ਕਰਕੇ ਤੂੰ ਜੰਗ ਦੇ ਮੈਦਾਨ 'ਚ ਲੜਨ ਨੂੰ ਤਿਆਰ ਹੋਇਆ, ਔਰ ਉਹ ਵੀ ਬੜੀ ਸੂਰਬੀਰਤਾ ਨਾਲ, ਬਹਾਦਰੀ ਨਾਲ ਲੜਨ ਵਾਸਤੇ ਤਿਆਰ ਹੋਇਆ। ਹਮਨੇ ਰੁਖਸਦ ਕੀਨਸ ਤੋਹੀ। ਅਸੀਂ ਆਪਣੀ ਖੁਸ਼ੀ ਨਾਲ ਤੈਨੂੰ ਰੁਖਸਦ ਕਰਦੇ ਹਾਂ। ਖਾਲਸਾ ਜੀ, ਇੱਕ ਤਾਂ ਸਤਿਗੁਰਾਂ ਦੀ ਖੁਸ਼ੀ ਵੀ ਹੈ, ਦੂਜਾ ਜਿਹੜੇ 100 ਪਠਾਨ ਇਹਦੇ ਨਾਲ ਨੇ, ਨੀਤੀ ਇਹ ਕਹਿੰਦੀ ਹੈ ਖਬਰੇ ਉਹਨਾਂ 100 ਪਠਾਨਾਂ ਵਿੱਚੋਂ ਅੰਦਰ ਖਾਤੇ ਉਹਨਾਂ ਪਠਾਨਾਂ ਨਾਲ ਕੁਝ ਰਲੇ ਹੋਣ ਬੰਦੇ।
ਸੁਭਾਵਕ ਸੀ। ਕਾਲੇ ਖਾਨ ਦੀ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂ ਹੈ, ਕੋਈ ਸੰਦੇਹ ਨਹੀਂ ਹੈ। ਪਰ ਕਾਲੇ ਖਾਨ ਦੇ ਨਾਲ ਜਿਹੜਾ 100 ਪਠਾਨ ਹੋਰ ਹੈ, ਉਹਨਾਂ ਵਿੱਚੋਂ ਸਾਰਿਆਂ ਦੀ ਇਮਾਨਦਾਰੀ ਤੇ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਤੋ ਕਲਗੀਧਰ ਨੇ ਕਾਲੇ ਖਾਨ ਤੇ ਖੁਸ਼ੀ ਕੀਤੀ ਹੈ, ਆਪਣੇ ਕੋਲੋਂ ਬੜਾ ਸੁੰਦਰ ਦੁਸ਼ਾਲਾ ਦਿੱਤਾ ਹੈ, ਆਪਣੇ ਕੜੇ ਸੋਨੇ ਦੇ ਉਹ ਇਹਨੂੰ ਦਿੱਤੇ ਹੈ। ਤੇ ਜਿਸ ਨੂੰ ਸਤਿਗੁਰਾਂ ਨੇ ਆਪਣੇ ਕੋਲੋਂ ਦੁਸ਼ਾਲਾ ਦਿੱਤਾ ਹੈ, ਖਾਲਸਾ ਜੀ, ਉਹਦਾ ਤਾਂ ਲੋਕ ਪਰਲੋਕ ਵਿੱਚ ਪਰਦਾ ਕੱਜਿਆ ਗਿਆ। ਇਹ ਉਹੀ ਪ੍ਰੇਮ ਪਟੋਲਾ ਨਾ ਜਿਹਦੇ ਬਾਰੇ ਮੇਰੇ ਪਾਤਸ਼ਾਹ ਕਹਿੰਦੇ ਐ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਇਹਦੀ ਪੱਤ ਰੱਖ ਲਈ ਮੇਰੇ ਸਤਿਗੁਰਾਂ ਨੇ। ਆਖਿਆ ਤੇਰੇ ਤੇ ਖੁਸ਼ੀ ਆ ਕਾਲੇ ਖਾਨ, ਅਸੀਂ ਆਪਣੀ ਖੁਸ਼ੀ ਦੇ ਨਾਲ ਤੈਨੂੰ ਆਪਣੇ ਕੋਲ ਰੁਖਸਤ ਕਰਨ ਲੱਗੇ ਹਾਂ। ਜਾਂ ਤੇ ਨਹੀਂ ਦੋਸ਼ ਕੋ ਹੋਹੀ, ਤੇਰੇ ਮੱਥੇ ਤੇ ਕੋਈ ਦੋਸ਼ ਨਹੀਂ ਹੋਵੇਗਾ, ਤੇਰੇ ਮੱਥੇ ਤੇ ਕਿਸੇ ਪ੍ਰਕਾਰ ਦਾ ਕੋਈ ਕਲੰਕ ਨਹੀਂ ਲੱਗੇਗਾ। ਨਹੀਂ ਕਹੇਗਾ ਕੋਈ ਕਿ ਕਾਲੇ ਖਾਨ ਗੀਦੀ ਹੈ। ਜਦੋਂ ਗੱਲ ਹੋਵੇਗੀ ਪੜੇ ਪੰਚਾਇਤ ਵਿੱਚ, ਜਦੋਂ ਗੱਲ ਹੋਵੇਗੀ ਆਉਣ ਵਾਲੇ ਸਮੇਂ ਵਿੱਚ, ਤਾਂ ਕਿਹਾ ਜਾਏਗਾ ਕਿ ਕਾਲੇ ਖਾਨ ਨੇ ਇਮਾਨਦਾਰੀ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਪਣਾ ਆਪ ਸਮਰਪਣ ਕੀਤਾ ਹੈ। ਤੇਰੇ ਨਾਂ ਦੀ ਸੋਭਾ ਹੋਵੇਗੀ, ਤੇਰਾ ਪ੍ਰਤਾਪ ਦੁਨੀਆ ਦੇ ਵਿੱਚ ਉਜਾਗਰ ਰਹੇਗਾ। ਕਰ ਬੰਦੇ ਕਾਲੇ ਖਾਂ ਕਹੇ, ਉਸ ਵੇਲੇ ਕਾਲੇ ਖਾਨ ਨੇ ਆਪਣੇ ਹੱਥ ਜੋੜੇ, ਕਲਗੀਧਰ ਜੀ ਨੂੰ ਕਹਿਣ ਲੱਗਾ, ਆਇਸ ਤੁਮ ਅਮੋਰ ਨਿਤ ਅਹੇ। ਕਹਿਣ ਲੱਗਾ ਮਹਾਰਾਜ ਆਪ ਜੀ ਦਾ ਹੁਕਮ, ਮੇਰੇ ਸਵਾਮੀ ਦਾ ਹੁਕਮ ਹੀ ਚੱਲਣਾ। ਮੇਰੇ ਤੁਸੀਂ ਸਵਾਮੀ ਹੋ, ਮੈਂ ਤੁਹਾਡੇ ਦਰ ਘਰ ਦਾ ਨੌਕਰ ਹਾਂ, ਤੁਸੀਂ ਮੇਰੇ ਸਵਾਮੀ ਹੋ। ਆਪ ਜੀ ਦਾ ਹੁਕਮ ਅਮੋੜ ਹੈ। ਤਉ ਨ ਤਿਨ ਕੇ ਮਿਲਹੁ ਸੰਗ, ਪਰ ਮਹਾਰਾਜ ਜਾਵਾਂਗਾ ਆਪ ਜੀ ਕੋਲੋਂ, ਪਰ ਉਹਨਾਂ ਨਾਲ ਨਹੀਂ ਮਿਲਾਂਗਾ ਮਲੇਛਾਂ ਨਾਲ। ਜਿਹੜੇ ਇੱਥੋਂ ਗੀਦੀ ਬਣ ਕੇ ਦੌੜੇ ਨੇ, ਮੈਂ ਉਹਨਾਂ ਨਾਲ ਜਾ ਕੇ ਨਹੀਂ ਰਲਣਾ। ਹੁਣ ਉਹਨਾਂ ਨਾਲ ਮੇਰੀ ਕੋਈ ਸਾਂਝ ਨਹੀਂ। ਕਹਾਂ ਕਰਾਉ ਮੈਂ ਤੁਮ ਸੋ ਜੰਗ, ਭਲਾ ਮਹਾਰਾਜ ਮੇਰੇ 'ਚ ਇੰਨੀ ਤਾਕਤ ਕਿੱਥੇ ਕਿ ਮੈਂ ਆਪਣੇ ਸਵਾਮੀ ਦੇ ਬਰਖਲਾਫ ਜੰਗ ਦੇ ਮੈਦਾਨ 'ਚ ਆ ਕੇ ਤੁਹਾਡੇ ਸਾਹਮਣੇ ਲੜ ਸਕਾਂ। ਮੇਰੀਆਂ ਤਾਂ ਅੱਖਾਂ ਹੀ ਉੱਚੀਆਂ ਨਹੀਂ ਹੋਣੀਆਂ ਮਹਾਰਾਜ, ਜੇ ਕਿਤੇ ਰਣ ਭੂਮੀ ਕਿ ਤੁਹਾਡੇ ਸਾਹਮਣੇ ਮੈਨੂੰ ਆਣਾ ਪਿਆ। ਮੈਂ ਆਪਣੇ ਸਵਾਮੀ ਦੇ ਨਾਲ, ਆਪ ਜੀ ਦੇ ਨਾਲ ਜੰਗ ਦੇ ਮੈਦਾਨ 'ਚ ਨਹੀਂ ਲੜ ਸਕਦਾ। ਇਮ ਕਹਿ ਬੰਧਨ ਕਰਤੇ ਕਾਲਾ, ਏਦਾਂ ਕਹਿ ਕੇ ਕਾਲੇ ਖਾਨ ਨੇ ਗੁਰਦੇਵ ਦੇ ਪਾਵਨ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਵਿਦਾ ਲਈ। ਕਾਲੇ ਖਾਂ ਵਹਿਰ ਕਉ ਚਾਲਾ, ਕਾਲੇ ਖਾਨ ਬਾਹਰ ਨੂੰ ਚੱਲ ਕੇ ਆ ਗਿਆ। ਨਹਿਨ ਗਿਰਿੰਦੀਆਂ ਸਮੁਖ ਸਿਧਾਰਾ, ਉਹਨਾਂ ਗੀਦੀਆਂ ਵੱਲ ਨਹੀਂ ਗਿਆ, ਉਹਨਾਂ ਕਾਇਰਾਂ ਵੱਲ ਨਹੀਂ ਗਿਆ ਕਾਲੇ ਖਾਨ। ਅਪਰ ਥਾਨ ਡੇਰਾ ਕਿਤ ਡਾਰਾ, ਔਰ ਆਪਣੇ ਨਾਲ ਦੇ ਪਠਾਨਾਂ ਨੂੰ ਲੈ ਕੇ ਕਿਤੇ ਹੋਰ ਚਲਾ ਗਿਆ। ਅਬ ਸੁਣੀਏ ਜੇ ਗਏ ਪਠਾਨ, ਹੁਣ ਉਹਨਾਂ ਦੀ ਦਸ਼ਾ ਸੁਣੋ ਜਿਹੜੇ ਗਏ ਨੇ ਫਤਿਹ ਸ਼ਾਹ ਨੂੰ ਮਿਲਣ ਲਈ। ਹੁਣ ਉਹਨਾਂ ਤਿੰਨਾਂ ਦਾ ਜ਼ਿਕਰ ਸੁਣੋ, ਹਯਾਤ ਖਾਨ, ਨਜਾਬਤ ਖਾਨ ਤੇ ਭੀਖਨ ਖਾਨ, ਇਹਨਾਂ ਦਾ ਜ਼ਿਕਰ ਸੁਣੋ। ਇਹ ਜਿਵੇਂ ਫਤਿਹ ਸ਼ਾਹ ਨੂੰ ਜਾ ਕੇ ਮਿਲੇ ਨੇ। ਫਤਿਹ ਸ਼ਾਹ ਉਤਰਿਓ ਜਿਸ ਥਾਨ, ਫਤਿਹ ਸ਼ਾਹ ਫੌਜ ਲੈ ਕੇ ਸ਼੍ਰੀਨਗਰ ਤੋਂ ਚੱਲ ਪਿਆ ਸੀ, ਪਰ ਪੌਂਟਾ ਸਾਹਿਬ ਆਉਂਦਿਆਂ ਟਾਈਮ ਤਾਂ ਲੱਗਣਾ ਹੀ ਸੀ, ਰਸਤਾ ਲੰਮਾ ਹੈ। ਤੋ ਪਹਾੜੀ ਰਾਹ ਹੋਣ ਕਰਕੇ ਪੈਂਡਾ ਬਹੁਤਾ ਕੱਟਿਆ ਨਹੀਂ ਜਾਂਦਾ। ਉਹ ਰਸਤੇ ਵਿੱਚ ਹੀ ਫਤਿਹ ਸ਼ਾਹ ਕਿਤੇ ਉਤਰਿਆ ਹੋਇਆ ਸੀ। ਕੇਤਿਕ ਦੂਰ ਸਿਵਰ ਕਹੋ ਕਾਲਾ, ਇਹ ਉਹਨਾਂ ਨੂੰ ਵੇਖ ਕੇ ਉਹਦੇ ਕੋਲ ਜਾ ਪਹੁੰਚੇ। ਹੈ ਲਗਾਏ ਮਿਲ ਇੱਕ ਥਲ ਜਾਲਾ, ਘੋੜੇ ਇਹਨਾਂ ਨੇ ਜਾ ਕੇ ਇੱਕ ਥਾਂ ਤੇ ਲਾ ਦਿੱਤੇ, ਸ਼ਸਤਰਨ ਸਹਿਤ ਸਭਾ ਕਉ ਗਏ। ਔਰ ਆਪਣਿਆਂ ਸ਼ਸਤਰਾਂ ਦੇ ਸਮੇਤ ਐਂਠਦਾਰ ਟੇਢੀਆਂ ਮੇਢੀਆਂ ਜੀਆਂ ਪੱਗਾਂ ਬੰਨ੍ਹ ਕੇ ਸਿਰਾਂ ਦੇ ਉੱਤੇ, ਪਿਛਲੇ ਪਾਸੋਂ ਜਿਵੇਂ ਪਠਾਨ ਬੰਨ੍ਹਦੇ ਹੁੰਦੇ ਆ ਛਮਲੇ ਜੇ ਛੱਡ ਕੇ, ਇਹ ਗਏ ਰਾਜੇ ਫਤਿਹ ਸ਼ਾਹ ਦੀ ਕਚਹਿਰੀ ਵਿੱਚ। ਗੁਰਦਰੋਹੀ ਜਹ ਇਕੱਠੇ ਭਏ, ਉੱਥੇ ਗਏ ਜਿੱਥੇ ਗੁਰੂ ਸਾਹਿਬ ਦੇ ਦਰੋਹੀ ਇਕੱਠੇ ਹੋ ਕੇ ਬੈਠੇ ਸੀ। ਫਤਿਹ ਸ਼ਾਹ ਔਰ ਫਤਿਹ ਸ਼ਾਹ ਨਾਲ ਹਰੀ ਚੰਦ ਵਰਗੇ, ਗਵਾਲੇਰੀਏ ਵਰਗੇ ਹੋਰ ਪਹਾੜੀਏ ਗੀਦੀ ਜਿੱਥੇ ਇਕੱਠੇ ਹੋ ਕੇ ਬੈਠੇ ਸੀ, ਇਹ ਉੱਥੇ ਜਾ ਰਲੇ ਨੇ। ਉਹ ਜਿਵੇਂ ਕਹਾਵਤ ਹੈ ਨਾ, ਜਿਹੋ ਜੀ ਬਿਰਤੀ ਦਾ ਕੋਈ ਬੰਦਾ ਹੁੰਦਾ, ਉਹ 100 ਕੋਹਾਂ ਤੇ ਜਾ ਕੇ ਉਹਨੂੰ ਜਾ ਟੱਕਰਦਾ ਹੈ। 100 ਕੋਹਾਂ ਤੇ ਜਾ ਕੇ ਉਹਨੂੰ ਜਾ ਮਿਲਦਾ, ਜਿਹੋ ਜਿਹੀ ਉਹਦੀ ਆਪਣੀ ਬਿਰਤੀ ਹੁੰਦੀ ਉੱਦਾਂ ਦੇ ਉਹ ਲੱਭ ਹੀ ਲੈਂਦਾ ਹੈ। ਜਿਹੋ ਜਿਹੇ ਗੀਦੀ ਉਹ ਪਹਾੜੀਏ, ਉੱਦਾਂ ਦੇ ਪਠਾਨ ਆਪੇ ਹੀ ਜਾ ਪਹੁੰਚੇ ਉਹਨਾਂ ਦੇ ਬਿਨਾਂ ਸੱਦਿਆਂ, ਬਿਨਾਂ ਬੁਲਾਇਆ ਹੀ ਜਾ ਪਹੁੰਚੇ ਉਹਨਾਂ ਦੇ ਕੋਲ। ਫਤਿਹ ਸ਼ਾਹ ਥਿਤ ਸਭਾ ਮਝਾਰੀ, ਜਿੱਥੇ ਫਤਿਹ ਸ਼ਾਹ
ਆਪਣੀ ਸਭਾ ਵਿੱਚ ਬੈਠਾ ਹੋਇਆ ਹੈ ਜੇ ਸਭ ਬਿਦ ਠਾਨਤ ਰਣ ਤਿਆਰੀ ਔਰ ਜੰਗ ਦੀ ਪੂਰੀ ਤਿਆਰੀ ਕਰ ਰਿਹਾ ਹੈ। ਕਈ ਹਜ਼ਾਰ ਪਹਾੜੀ ਵੀਰ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀਏ ਦੇ ਨਾਲ ਹਨ, ਧਰੇ ਤੁਪਕ ਤੋਂ ਮਰੇ ਅਸ ਤੀਰ ਜਿਨ੍ਹਾਂ ਦੇ ਹੱਥਾਂ 'ਚ ਬੰਦੂਕਾਂ ਨੇ, ਬਰਛੀਆਂ ਨੇ, ਤੀਰ ਕਮਾਨ ਹਨ। ਝੁਕ ਸਲਾਮ ਕਰ ਥਿਰੇ ਅਗਾਰੀ ਇਹ ਪਠਾਨ ਆਏ, ਆ ਕੇ ਝੁਕ ਕੇ ਸਲਾਮ ਕਰਦੇ ਆ ਫਤਿਹ ਸ਼ਾਹ ਨੂੰ, ਝੁਕ ਝੁਕ ਕੇ ਸੀਸ ਝੁਕਾਉਂਦੇ। ਜਿਹੜੇ ਇਦਾਂ ਦੇ ਦਲ ਬਦਲੂ ਲੋਕ ਹੁੰਦੇ ਆ ਨਾ, ਜਦੋਂ ਇੱਕ ਪਾਸਿਓਂ ਦੂਜੇ ਪਾਸੇ ਜਾਂਦੇ ਆ, ਉਹਨਾਂ ਦਾ ਕੋਈ ਬਹੁਤਾ ਸਤਿਕਾਰ ਦੀ ਦ੍ਰਿਸ਼ਟੀ ਨਾਲ ਨਹੀਂ ਵੇਖਦੇ। ਹਾਂ, ਉਤੋਂ ਉਹਨਾਂ ਦੀ ਵਰਤੋਂ ਕਰਨ ਲਈ ਭਾਵੇਂ ਕਹਿ ਦਿੰਦੇ ਆਓ ਜੀ ਆਓ ਜੀ ਆਓ ਜੀ, ਤੁਹਾਡੀ ਜ਼ਰੂਰਤ ਹੈ, ਤੁਸੀਂ ਤਾਂ ਭਾਈ ਬੰਧੂ ਹੋ ਸਾਡੇ, ਪਰ ਅੰਦਰ ਖਾਤੇ ਉਹ ਇਹਨਾਂ ਤੇ ਯਕੀਨ ਨਹੀਂ ਕਰਦੇ। ਇਹੋ ਜਿਹੇ ਬੰਦਿਆਂ ਦਾ ਕੋਈ ਸਤਿਕਾਰ ਨਹੀਂ ਰਹਿੰਦਾ ਸਮਾਜ ਦੇ ਵਿੱਚ, ਉਹਨਾਂ ਨੂੰ ਦੁਰਕਾਰਿਆ ਜਾਂਦਾ ਹੈ, ਉਹਨਾਂ ਤੇ ਤਰਕਾਰਾਂ ਪਾਈਆਂ ਜਾਂਦੀਆਂ ਨੇ ਵੀ ਇਹ ਤਾਂ ਦਲ ਬਦਲੂ ਲੋਕ ਨੇ। ਇਹ ਜਦੋਂ ਗਏ ਝੁਕ ਝੁਕ ਕੇ ਰਾਜੇ ਫਤਿਹ ਸ਼ਾਹ ਨੂੰ ਸਲਾਮਾਂ ਕਰਦੇ ਨੇ। ਸਾਦਰ ਭੂਪਤ ਗਿਰਾ ਉਚਾਰੀ ਹੁਣ ਫਤਿਹ ਸ਼ਾਹ ਨੂੰ ਲੋੜ ਸੀ ਇਹਨਾਂ ਦੀ, ਉਹਨੇ ਬੜੇ ਸਤਿਕਾਰ ਨਾਲ ਕਹਿੰਦਾ ਆਓ ਪਠਾਨ ਜੀ, ਖਾਨਜ਼ਾਦਿਓ ਆਓ, ਇਹਨਾਂ ਦਾ ਬੜਾ ਸਤਿਕਾਰ ਕੀਤਾ। ਸਭ ਬੈਠਾਵਨ ਕਰੇ ਸਮੀਪ ਸਾਰਿਆਂ ਪਠਾਣਾਂ ਨੂੰ ਆਪਣੇ ਨੇੜੇ ਬਿਠਾਇਆ ਹਰਖਤ ਬੂਜਨ ਲੱਗਿਓ ਮਹੀਪ ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੂੰ ਪੁੱਛਣ ਲੱਗਾ ਪਠਾਣਾਂ ਨੂੰ ਫਤਿਹ ਸ਼ਾਹ, ਗੁਰ ਕੰਨੇ ਕੇ ਤਿਕ ਦਲ ਰਹਿਓ। ਹਾਂ ਬਈ ਗੁਰੂ ਕੰਨੇ, ਯਾਨੀ ਕਿ ਗੁਰੂ ਵੱਲ ਕਿੰਨਾ ਕੁ ਦਲ ਰਹਿ ਗਿਆ, ਗੁਰੂ ਕੰਨੇ ਕਿੰਨਾ ਕੁ ਦਲ ਹੈ, ਯਾਨੀ ਕਿ ਗੁਰੂ ਸਾਹਿਬ ਦੇ ਵੱਲ ਉਹਨਾਂ ਦੇ ਕੋਲ ਕਿੰਨੀ ਕੁ ਫੌਜ ਰਹਿ ਗਈ ਹੈ ਤੁਹਾਡੇ ਆਉਣ ਤੋਂ ਬਾਅਦ। ਤੁਮਨੇ ਭੇਤ ਕਹੋ ਕਿ ਮਲਹਿਓ, ਦੱਸੋ ਤੁਸੀਂ ਕੀ ਭੇਦ ਜਾਣਿਆ ਉਹਨਾਂ ਦਾ, ਉੱਥੇ ਕੀ ਭੇਤ ਮੈਨੂੰ ਦੱਸਣ ਆਏ ਹੋ। ਲਰਹਿ ਕਿ ਨਹਿ ਚੜ ਮੋਰੇ ਅਗਾਰੀ ਭਲਾ ਗੁਰੂ ਜੀ ਮੇਰੇ ਅੱਗੇ ਆ ਕੇ ਲੜਨਗੇ, ਉਹ ਲੜਨ ਜੋਗੇ ਹੈਣ, ਉਹ ਮੇਰੇ ਅੱਗੇ ਆ ਕੇ ਲੜਨਗੇ ਜਾਂ ਨਾ ਲੜਨਗੇ। ਤੁਮਰੇ ਉਠੇ ਹੋਏ ਤ੍ਰਿਤ ਹਾਰੀ ਕਿਉਂਕਿ ਜਦੋਂ ਤੁਸੀਂ ਆ ਗਏ, ਹੋ ਸਕਦਾ ਉਹਨਾਂ ਦਾ ਧੀਰਜ ਟੱਠ ਗਿਆ ਹੋਵੇ, ਹੋ ਸਕਦਾ ਉਹ ਨਾ ਹੀ ਲੜਨ ਮੇਰੇ ਅੱਗੇ ਆ ਕੇ। ਕੇਤਿਕ ਸੁਭਟ ਲਰਨ ਕੋ ਗਾਡੇ ਕਿੰਨੇ ਕੁ ਸੂਰਮੇ ਨੇ ਉਹਨਾਂ ਦੇ ਕੋਲ ਲੜਨ ਵਾਲੇ, ਰਣ ਕੇ ਪਰੇ ਰਹਿ ਤਹ ਠਾਡੇ। ਜਦੋਂ ਜੰਗ ਹੋਵੇਗਾ ਕਿ ਉਹ ਖਲੋਤੇ ਰਹਿਣਗੇ, ਉਹ ਖਲੋ ਕੇ ਲੜਨ ਜੋਗੇ ਹੋਣਗੇ। ਇਹ ਪੁੱਛਦਾ ਫਤਿਹ ਸ਼ਾਹ ਇਹਨਾਂ ਪਠਾਣਾ ਕੋਲੋਂ। ਗੁਰ ਕੋ ਪੀ ਉਤਸਾਹੁ ਨਿਹਾਰਾ ਦੱਸੋ ਗੁਰੂ ਜੀ ਦੇ ਕੋਲ ਕਿੰਨਾ ਕੁ ਉਤਸ਼ਾਹ ਸੀ ਲੜਨ ਦਾ। ਜਬ ਉਠਿਆ ਵਨ ਭਇਓ ਤੁਮਾਰਾ ਜਦੋਂ ਤੁਸੀਂ ਉੱਠ ਕੇ ਆਏ ਹੋ, ਤੁਸੀਂ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਕੀ ਸਨ। ਭੀਖਨ ਖਾਨ ਤਨਕ ਮੁਸਕਾਵਤ ਭੀਖਨ ਖਾਨ ਥੋੜਾ ਜਿਹਾ ਮੁਸਕਰਾ ਕੇ ਬੋਲਿਆ, ਗੁਰ ਘਰ ਕੋ ਸਭ ਭੇਦ ਬਤਾਵਤ। ਗੁਰੂ ਘਰ ਦਾ ਸਾਰਾ ਭੇਤ ਜੋ ਇਹਨੇ ਉੱਥੇ ਵੇਖਿਆ ਪਰਖਿਆ ਸੀ ਦੱਸਣ ਲੱਗਾ। ਗੁਰ ਘਰ ਅਪਰ ਸੈਨ ਹੈ ਕਹਾਂ, ਕਹਿੰਦਾ ਗੁਰੂ ਘਰ ਤਾਂ ਅਸੀਂ ਸੀ ਸੂਰਮੇ, ਸਾਡੇ ਤੋਂ ਬਿਨਾਂ ਕਾਹਦੀ ਸੈਨਾ ਉੱਥੇ ਗੁਰੂ ਜੀ ਦੇ ਕੋਲ। ਭਿਖ ਖਾਨਨ ਢਿਗ ਲਰਬੇ ਚਾਹਾ, ਉਹ ਤਾਂ ਸਾਨੂੰ ਵੇਖ ਕੇ ਹੀ ਲੜਨ ਨੂੰ ਤਿਆਰ ਹੋਏ ਸੀ, ਸਾਨੂੰ ਵੇਖ ਕੇ ਨਾ ਮਾਇਆ ਵਧਾ ਦਿੰਦੇ ਆ ਤੁਹਾਡੀ। ਮਹਾਰਾਜ ਜੀ ਨੂੰ ਪਤਾ ਸੀ ਜਾ ਕੇ ਕਹਿਣਗੇ ਫਤਿਹ ਸ਼ਾਹ ਨੂੰ ਕਿ ਗੁਰੂ ਜੀ ਦਾ ਤਾਂ ਹੌਸਲਾ ਢਹਿ ਰਿਹਾ ਸੀ ਜਦੋਂ ਅਸੀਂ ਆਏ ਸੀ, ਤੇ ਫਤਿਹ ਸ਼ਾਹ ਕਮਜ਼ੋਰ ਹੋ ਜਾਏਗਾ। ਤੋ ਉਸ ਵੇਲੇ ਕਹਿਣ ਲੱਗੇ, ਕਹਿੰਦੇ ਗੁਰੂ ਜੀ ਤਾਂ ਸਾਨੂੰ ਆਪਣੇ ਕੋਲ ਰੱਖਣ ਵਾਸਤੇ ਬਹੁਤ ਸਾਰਾ ਧਨ ਦੇਣ ਨੂੰ ਤਿਆਰ ਸਨ। ਅਧਿਕ ਪੰਜ ਗੁਣ ਧਨ ਦੇ ਰਹੇ, ਉਹ ਤਾਂ ਪਹਿਲਾਂ ਕਹਿੰਦੇ ਸਾਨੂੰ 5 ਗੁਣਾ ਤਨਖਾਹ ਵੱਧ ਦੇਵਾਂਗੇ। ਬਾਹਰ ਸਿਪਰ ਭਰ ਔਰਕ ਕਹੇ, ਅੰਤ ਨੂੰ ਤਾਂ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਵੀ ਢਾਲ ਭਰ ਭਰ ਕੇ ਦੇਾਂਗੇ ਪੈਸਿਆਂ ਦੀ। ਤੁਮ ਤੇ ਤਰਸਤ ਵਿਸਾਲ ਬਖਾਨੀ, ਐ ਰਾਜਾ ਫਤਿਹ ਸ਼ਾਹ ਉਹ ਤੇਰੇ ਕੋਲੋਂ ਡਰਦੇ ਨੇ, ਤੇਰੇ ਕੋਲੋਂ ਡਰਦੇ ਹੋਏ ਹੀ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਸਾਨੂੰ ਢਾਲ ਭਰ ਕੇ ਪੈਸੇ ਦੇਣ ਦੀਆਂ। ਤਾਊ ਹਮ ਹੋਨੇ ਏਕ ਨਾ ਮਾਨੀ, ਪਰ ਵੇਖ ਅਸੀਂ ਤੇਰੇ ਨਾਲ ਕੌਲ ਕੀਤਾ ਸੀ, ਅਸੀਂ ਉਹਨਾਂ ਦੀ ਇੱਕ ਨਹੀਂ ਮੰਨੀ, ਉਹਨਾਂ ਦੀਆਂ ਭਰੀਆਂ ਢਾਲਾਂ ਪੈਸਿਆਂ ਦੀਆਂ ਛੱਡ ਕੇ ਆ ਗਏ ਹਾਂ। ਬਾਕੀ ਦਲ ਖੁਦਾਏ ਕੋ ਨਾਓ, ਤੇ ਬਾਕੀ ਜਿਹੜੀ ਉਹਨਾਂ ਦੀ ਫੌਜ ਆ ਉਹ ਤਾਂ ਰੱਬ ਦਾ ਨਾਂ ਹੀ ਹੈ। ਇਹ ਵੈਸੇ ਇੱਕ ਫਿਕਰਾ ਸੀ, ਰੱਬ ਦਾ ਹੀ ਨਾਂ ਹੈ। ਇਹਦੇ ਅਰਥ ਜਿਹੜੇ ਨੇ ਅੱਜ ਕੱਲ ਦੇ ਸਮੇਂ ਮੁਤਾਬਕ ਬੜੇ ਗਲਤ ਬਣਾ ਲਏ ਨੇ, ਵੀ ਜਿੱਥੇ ਕੁਝ ਵੀ ਨਾ ਹੋਵੇ ਤੇ ਉੱਥੇ ਜਿਹੜਾ ਬਿਲਕੁਲ ਨਕੰਮਾ ਬੰਦਾ ਹੋਵੇ ਉਹਨੂੰ ਕਹਿ ਦੇਣਾ ਰੱਬ ਦਾ ਹੀ ਨਾਂ ਹੈ। ਹਾਲਾਂਕਿ ਜਿਹੜਾ ਫਿਕਰਾ ਸੀ ਉਹ ਇਸ ਪ੍ਰਕਾਰ ਨਾਲ ਵੀ ਜਿੱਥੇ ਕੁਝ ਵੀ ਨਾ ਹੋਵੇ, ਰੂਪਮਾਨ ਪਸਾਰਾ ਨਾ ਹੋਵੇ, ਯਾਨੀ ਕਿ ਸਭ ਕੁਝ ਅਰੂਪ ਹੋਵੇ, ਉਦੋਂ ਕਿਹਾ ਜਾਂਦਾ ਸੀ ਵੀ ਉੱਥੇ ਰੱਬ ਦਾ ਨਾਮ ਹੈ। ਯਾਨੀ ਕਿ ਭਾਵੇਂ ਹੋਰ ਕੁਝ ਵੀ ਨਹੀਂ ਪਰ ਰੱਬ ਦਾ ਨਾਮ ਹੈ।
ਪਰ ਸਮੇਂ ਮੁਤਾਬਕ ਜਿਵੇਂ ਜਿਵੇਂ ਲੋਕਾਂ ਦੀ ਬਿਰਤੀ ਭ੍ਰਸ਼ਟ ਹੁੰਦੀ ਚੱਲੀ ਗਈ, ਨਿਗਰਦੀ ਚਲੀ ਗਈ, ਅੱਜ ਕੱਲ੍ਹ ਮਨੁੱਖ ਰੱਬ ਦਾ ਨਾਂ ਸ਼ਬਦ ਵਰਤਣ ਲੱਗ ਪਏ ਉਹਦੇ ਲਈ ਜਿਹੜਾ ਕਿਸੇ ਕੰਮ ਦਾ ਨਾ ਹੋਵੇ। ਹਾਲਾਂਕਿ ਰੱਬ ਦਾ ਨਾਂ ਤਾਂ ਬੜਾ ਕੀਮਤੀ ਹੈ, ਪਰ ਅੱਜ ਕੱਲ੍ਹ ਕਹਿੰਦੇ ਜੀ ਰੱਬ ਦਾ ਮਾਲ ਹੀ ਹੈ ਜੀ ਇਹ। ਯਾਨੀ ਕਿ ਰੱਬ ਦਾ ਮਾਲ ਇੰਨਾ ਘਟੀਆ ਹੁੰਦਾ? ਰੱਬ ਨੇ ਤਾਂ ਇੰਨੀ ਸੋਹਣੀ ਪ੍ਰਕਿਰਤੀ ਬਣਾਈ ਹੈ, ਇਹ ਆ ਰੱਬ ਦਾ ਮਾਲ ਜਿਹੜੀ ਦੁਨੀਆ ਸੰਸਾਰ ਵੇਖਦੇ ਹਾਂ ਅਸੀਂ। ਜਿਹੜੀ ਮਨੁੱਖ ਦੀ ਆਪਣੀ ਨਿਗਰੀ ਹੋਈ ਬਿਰਤੀ ਹੈ, ਹਾਲਾਂਕਿ ਫਿਕਰਾ ਜਦੋਂ ਕਿਸੇ ਸਮੇਂ ਬਣਿਆ ਹੋਵੇਗਾ ਉਹ ਇਸ ਲਈ ਬਣਾਇਆ ਗਿਆ ਸੀ ਕਿ ਰੱਬ ਦਾ ਹੀ ਨਾਮ ਹੈ, ਯਾਨੀ ਕਿ ਰੂਪਮਾਨ ਭਾਵੇਂ ਕੁਝ ਵੀ ਨਹੀਂ ਉੱਥੇ, ਪਰ ਰੱਬ ਦਾ ਨਾਮ ਹੈ। ਇਹ ਹੁਣ ਕਹਿ ਰਹੇ ਨੇ ਆਪਣੀ ਨੀਚ ਬਿਰਤੀ ਮੁਤਾਬਕ, ਕਹਿੰਦੇ ਜੀ ਖੁਦਾ ਦਾ ਨਾਂ ਹੀ ਸਮਝੋ ਉੱਥੇ ਤਾਂ, ਯਾਨੀ ਕਿ ਕੁਝ ਵੀ ਨਹੀਂ, ਉਹ ਤਾਂ ਕਾਹਦੀ ਫੌਜ ਹੈ ਗੁਰੂ ਜੀ ਦੀ ਸੂਰਮਿਆਂ ਦੀ। ਮਿਲੇ ਗਵਾਰ ਲੋਕ ਸਮੁਦਾਊ, ਉੱਥੇ ਤਾਂ ਕਈ ਗਵਾਰ ਜਾਤੀਆਂ ਦੇ ਲੋਕ ਇਕੱਠੇ ਹੋ ਰਹੇ ਨੇ। ਹਸਬੇ ਜੋਗ ਜਾਤ ਤਿਨ ਕੇਰੀ, ਜਿਹੜੀਆਂ ਬਹੁਤ ਨੀਵੀਆਂ ਜਾਤੀਆਂ ਹਨ ਉਹਨਾਂ ਦੀਆਂ। ਮੋਤੇ ਸੁਨੋ ਕਹਾਂ ਇਸ ਬੇਰੀ, ਕਹਿੰਦੇ ਹੱਸਣਯੋਗ ਜਾਤੀਆਂ ਨੇ, ਜਿਨ੍ਹਾਂ ਜਾਤੀਆਂ ਦੇ ਲੋਕਾਂ ਨੂੰ ਵੇਖ ਕੇ ਹੱਸਦੇ ਨੇ ਵੱਡੀਆਂ ਜਾਤਾਂ ਦੇ ਲੋਕ। ਉਹ ਜਾਤਾਂ ਬਰਾਦਰੀਆਂ ਦੇ ਲੋਕ ਉਹਨਾਂ ਦੇ ਕੋਲ ਨੇ, ਕੀ ਦਸੀਏ। ਘਨੇ ਜਾਤ ਹੈ ਅਧਿਕ ਗਵਾਰ, ਇੱਕ ਜਾਤੀ ਹੋਵੇ ਤਾਂ ਦਸੀਏ, ਉੱਥੇ ਤਾਂ ਘਣੀਆਂ ਜਾਤਾਂ, ਬਹੁਤ ਜਾਤੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ। ਨਾਈ ਬਾਮਨ ਸੂਦ ਸੁਨਾਰ, ਸੁਣੋ ਕਿਹੜੇ ਕਿਹੜੇ ਨੇ, ਨਾਈ, ਬਾਹਮਣ, ਸ਼ੂਦਰ, ਸੁਨਿਆਰੇ। ਬਨੀਏ ਰੋੜੇ ਜਾਟ ਲੋਹਾਰ, ਬਣੀਏ, ਹੁਣ ਭਲਾ ਦੱਸੋ ਬਣੀਏ ਕੀ ਲੜਨਗੇ? ਜਿਨ੍ਹਾਂ ਨੇ ਸਾਰੀ ਉਮਰ ਤੱਕੜੀ ਤੋਲੀ ਹੋਵੇ ਉਹ ਉਹਨਾਂ ਦੇ ਕੋਲ ਨੇ। ਫਿਰ ਅਰੋੜੇ ਖੱਤਰੀ, ਕਹਿੰਦੇ ਉਹ ਕੀ ਲੜਨਗੇ? ਇਹਦੇ ਤੋਂ ਇਲਾਵਾ ਜਾਟ ਲੋਹਾਰ, ਜਿਹੜੇ ਜੱਟ ਸਾਰੀ ਜ਼ਿੰਦਗੀ ਹਾਲੀ ਵਾਹਣ ਵਾਲੇ ਨੇ, ਉਹ ਤਲਵਾਰਾਂ ਫੜ ਕੇ ਕੀ ਲੜਨਗੇ? ਲੋਹਾਰ, ਇਦਾਂ ਦੀਆਂ ਜਿਹੜੀਆਂ ਜਾਤੀਆਂ ਨੇ। ਚੀਵਰ ਜਾਤ ਕਲਾਲ ਕੁਮਾਰ, ਚੀਵਰ ਜਾਤੀ ਦੇ ਕਲਾਲ ਘੁਮਿਆਰ। ਹਾਤੀ ਛਿੰਬੇ ਔਰ ਲੁਬਾਣੇ, ਤਰਖਾਣ, ਛਿੰਬੇ, ਲੁਬਾਣੇ। 36 ਜਾਤ ਸਨਾਤ ਪਛਾਣੇ। ਆ ਜਿਹੜੀਆਂ 36 ਜਾਤਾਂ ਨੇ ਨਾ, ਜਿਹੜੀਆਂ ਨੀਚ ਜਾਤਾਂ 36, ਉਹ ਇਕੱਠੇ ਕੀਤੇ ਹੋਏ ਨੇ ਗੁਰੂ ਜੀ ਨੇ ਆਪਣੇ ਕੋਲ, ਤੇ ਉਹਨਾਂ ਨੂੰ ਸੂਰਮੇ ਬਣਾਈ ਫਿਰਦੇ ਨੇ। ਐਸੇ ਗੁਰੂ ਸਾਹਿਬ ਦਾ ਵਿਸ਼ਾਲ ਦਾਇਰਾ ਜਿਹੜਾ ਦੁਸ਼ਮਣ ਵੀ ਦੱਸ ਰਿਹਾ ਹੈ ਕਿ ਮੇਰੇ ਪਾਤਸ਼ਾਹ ਨੇ ਜਿਤਨੀਆਂ ਜਾਤੀਆਂ ਬਰਾਦਰੀਆਂ ਦੇ ਲੋਕ ਨੇ, ਸਭ ਨੂੰ ਆਪਣੇ ਇੱਕੋ ਕਲਾਵੇਂ ਵਿੱਚ ਲੈ ਕੇ ਆਪਣਾ ਰੂਪ ਬਣਾ ਲਿਆ। ਸ੍ਰੀ ਅਨੰਦਪੁਰ ਸਾਹਿਬ 1699 ਦੀ ਵਿਸਾਖੀ ਨੂੰ ਇਹ ਸਾਰੀਆਂ ਜਾਤਾਂ ਗਈਆਂ ਸਨ ਜਿਹੜੀਆਂ ਉੱਪਰ ਦੱਸੀਆਂ ਨੇ। ਨਾਈ, ਛਿੰਬੇ, ਚੀਵਰ, ਕਲਾਲ, ਬਣੀਏ, ਜੱਟ, ਬੜੀਆਂ ਬਰਾਦਰੀਆਂ ਗਈਆਂ। ਇਹ ਸਾਰੇ ਗਏ ਸਨ ਪਰ ਉੱਥੋਂ ਵਾਪਸ ਨਹੀਂ ਆਏ। ਜਿਹੜੇ ਵਾਪਸ ਆਏ ਉਹ ਸਨ ਜਿਹੜੇ ਕੇਵਲ ਖਾਲਸਾ ਸਦਾਏ। ਖਾਲਸਾ 1699 ਦੀ ਵਿਸਾਖੀ ਨੂੰ ਗਏ ਸਾਰੀਆਂ ਬਰਾਦਰੀਆਂ ਦੇ, ਪਰ ਜਦੋਂ ਅਨੰਦਪੁਰ ਸਾਹਿਬ ਤੋਂ ਵਾਪਸ ਆਏ ਉਸ ਵੇਲੇ ਕੱਲਾ ਖਾਲਸਾ ਹੀ ਰਹਿ ਗਿਆ ਸੀ। ਘਰ ਪਰਤ ਕੇ ਆਏ ਤੇ ਉਹ ਸ਼ੂਦਰ ਬਣ ਕੇ ਨਹੀਂ ਪਰਤੇ, ਉਹ ਨਾਈ ਬਣ ਕੇ ਨਹੀਂ ਪਰਤੇ, ਉਹ ਛੀਬੇ ਬਣ ਕੇ ਨਹੀਂ ਪਰਤੇ। ਜਦੋਂ ਘਰ ਪਰਤੇ ਉਹ ਖਾਲਸਾ ਬਣ ਕੇ ਪਰਤੇ। ਉਹ ਆਪਣੇ ਨਗਰਾਂ ਦੇ ਵਾਸੀ ਉਸ਼ਿੰਦੇ ਨਹੀਂ ਰਹੇ, ਉਹ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹੋ ਗਏ। ਉਹਨਾਂ ਦੇ ਪਿਤਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੇ ਮਾਤਾ ਸਾਹਿਬ ਦੇਵਾਂ ਜੀ ਹੋ ਗਏ। ਇਹ ਦੱਸ ਰਹੇ ਨੇ, ਕਹਿੰਦੇ ਇਹੋ ਜਿਹੀਆਂ 36 ਜਾਤਾਂ ਸਨਾਤਾਂ ਜਿਹੜੀਆਂ ਨੀਵੀਆਂ ਨੇ ਉਹ ਉੱਥੇ ਫਿਰਦੀਆਂ ਨੇ। ਖਾਲਸਾ ਜੀ ਗੁਰਬਾਣੀ 'ਚ 2 ਜਾਤਾਂ ਮੰਨੀਆਂ ਨੇ, ਇੱਕ ਉੱਚੀ, ਇੱਕ ਨੀਵੀਂ। ਉੱਚੀ ਜਾਤ ਉਹ ਹੈ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ, ਨਿਰੰਕਾਰ ਨਾਲ ਜੁੜੇ ਹੋਏ ਨੇ। ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਹੇ। ਤੇ ਨੀਚ ਜਾਤ ਕਿਹਦੀ ਕਹੀ ਹੈ? ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਮੈ ਬਾਝ ਸਨਾਤ। ਜਿਹੜੇ ਰੱਬ ਨੂੰ ਵਿਸਾਰਨ ਵਾਲੇ ਨੇ ਉਹ ਨੀਚ ਜਾਤੀ ਦੇ ਨੇ, ਭਾਵੇਂ ਬ੍ਰਾਹਮਣਾਂ ਦੇ ਘਰੇ ਕਿਉਂ ਨਾ ਜੰਮੇ ਹੋਣ। ਇਹ ਇੱਥੇ ਕਹਿ ਰਹੇ ਨੇ ਪਠਾਨ, ਕਹਿੰਦੇ ਜੀ ਇਦਾਂ ਦੀਆਂ ਬਰਾਦਰੀਆਂ ਦੇ ਲੋਕ ਉਹਨਾਂ ਇਕੱਠੇ ਕੀਤੇ ਨੇ। ਸੁਣੋ ਜੀ, ਅਪਰ ਕਹਾ ਲਗ ਕਰੋ ਉਚਾਰ, ਹੋਰ ਤੁਹਾਨੂੰ ਕਿੱਥੋਂ ਤੱਕ ਦਸੀਏ। ਹੈ ਹਲਾਲ ਖੁਰ ਨੀਚ ਚਮਾਰ, ਜਿਹੜੇ ਹਲਾਲ, ਚੂੜੇ ਤੇ ਚਮਾਰ ਜਾਤੀ, ਜਿਹੜੇ ਜਾਤੀਆਂ 'ਚ ਮੰਨੇ ਹੀ ਨਹੀਂ ਜਾਂਦੇ, ਉਹ ਵੀ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਨੇ ਭਰਤੀ ਕਰਕੇ।
ਉਹ ਵੀ ਉਹਨਾਂ ਨੇ ਆਪਣੇ ਕੋਲ ਆਪਣੇ ਗਲ ਨਾਲ ਲਾਏ ਹੋਏ ਨੇ। ਪਕਰੀ ਜਾਏ ਨਾ ਕਰ ਤਰਵਾਰੇ, ਉਹਨਾਂ ਨੂੰ ਤਾਂ ਸਗੋਂ ਘੁੱਟ ਕੇ ਗਲ ਨਾਲ ਲਾ ਕੇ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ। ਏਦਾਂ ਉਹਨਾਂ ਨੂੰ ਮਾਣ ਦਿੰਦੇ ਨੇ ਜਿਨ੍ਹਾਂ ਨੂੰ ਤਲਵਾਰਾਂ ਤੱਕ ਨਹੀਂ ਫੜਨੀਆਂ ਆਉਂਦੀਆਂ। ਨਹਿ ਜਾਣੈ ਕਿਮ ਤੋਮਰ ਧਾਰੇ, ਨਾ ਉਹਨਾਂ ਨੂੰ ਪਤਾ ਬਰਛੀ ਕਿਵੇਂ ਫੜਨੀ ਹੈ। ਤੀਰ ਤੁਫੰਗ ਪ੍ਰਹਾਰ ਨ ਜੋਏ, ਤੀਰ ਤੇ ਬੰਦੂਕਾਂ ਚਲਾਉਣ ਦੀ ਗੱਲ ਤਾਂ ਪਾਸੇ ਰਹੀ। ਇਹ ਵਿਦਿਆ ਤਿਨ ਕੇ ਕਿਮ ਹੋਏ, ਇਹ ਵਿਦਿਆ ਤਾਂ ਉਹਨਾਂ ਨੂੰ ਸੁਪਨੇ ਵਿੱਚ ਵੀ ਨਹੀਂ ਆਉਂਦੀ ਹੋਣੀ। ਜੋਦਾ ਆਪ ਗੁਰੂ ਇੱਕ ਭਾਰੀ, ਬਸ ਇੱਕ ਗੁਰੂ ਜੀ ਆਪ ਬੜੇ ਯੋਧੇ ਨੇ, ਇਹ ਗੱਲ ਮੰਨਣ ਵਾਲੀ ਹੈ। ਕਹਿੰਦੇ ਜਿਹੜੇ ਖੁਦ ਗੁਰੂ ਜੀ ਨੇ ਉਹੀ ਇੱਕ ਬੜੇ ਯੋਧੇ ਹਨ। ਸੋ ਠਹਿਰੋਗੇ ਸਭ ਨ ਅਗਾਰੀ, ਉਹ ਭਲਾ ਆਪਣੇ ਇੰਨੇ ਅੱਗੇ ਇਕੱਲੇ ਕਿੱਥੇ ਠਹਿਰਨਗੇ। ਇੱਕ ਕਿਰਪਾਲ ਮਾਤੁਲ ਤਿਨ ਕੇਰਾ, ਇੱਕ ਉਹਨਾਂ ਦਾ ਮਾਮਾ ਆ ਕਿਰਪਾਲ ਚੰਦ, ਉਹ ਵੀ ਬੜਾ ਯੋਧਾ ਹੈ। ਕਰਨ ਜੰਗ ਕੋ ਵੀਰ ਬਡੇਰਾ, ਉਹ ਵੀ ਜੰਗ ਕਰਨ ਵਿੱਚ ਬੜਾ ਵੀਰ ਯੋਧਾ ਹੈ। ਪੰਜ ਭਾਣਜੇ ਸੋ ਬਲਵੰਤੇ, ਇੱਕ ਉਹਨਾਂ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 5 ਭਾਣਜੇ ਨੇ, ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੁਲਾਬ ਚੰਦ ਹੋਣੀ, ਉਹ ਵੀ ਬੜੇ ਸੂਰਮੇ ਨੇ। ਸ਼ਸਤਰਨ ਕੀ ਵਿਦਿਆ ਮਤਵੰਤੇ, ਉਹ ਵੀ ਸ਼ਸਤਰ ਵਿਦਿਆ 'ਚ ਬੜੇ ਨਿਪੁੰਨ ਨੇ। ਨੰਦ ਚੰਦ ਹੈ ਏਕ ਦੀਵਾਨ, ਔਰ ਇੱਕ ਉਹਨਾਂ ਦਾ ਦੀਵਾਨ ਹੈ ਨੰਦ ਚੰਦ, ਉਹ ਵੀ ਬੜਾ ਬਹਾਦਰ ਹੈ। ਸੋ ਪੀ ਰਾਖੈ ਲਰਬੇ ਮਾਨ, ਉਹ ਵੀ ਲੜਨ ਦੀ ਬਾਣ ਰੱਖਦਾ ਹੈ। ਦਇਆ ਰਾਮ ਪ੍ਰੋਹਤ ਦਿਜ ਸੋਈ, ਇੱਕ ਉਹਨਾਂ ਦੇ ਘਰ ਦਾ ਪ੍ਰੋਹਿਤ ਹੈ ਦਇਆ ਰਾਮ। ਅਪਰ ਨ ਵੀਰ ਬਿਲੋਕਿਓ ਕੋਈ, ਇਹਨਾਂ ਤੋਂ ਇਲਾਵਾ ਹੋਰ ਤਾਂ ਸਾਨੂੰ ਕੋਈ ਉੱਥੇ ਵੀਰ ਦਿਸਿਆ ਨਹੀਂ, ਹੋਰ ਤਾਂ ਕੋਈ ਯੋਧਾ ਦਿਸਿਆ ਨਹੀਂ। ਇਹ ਪਠਾਨ ਹਾਲੇ ਉਸ ਪਾਸੇ ਗਏ ਨਹੀਂ ਸੀ ਜਿੱਥੇ ਕਰੁੰਡੀਏ ਨਾਗ ਬੈਠੇ ਸਨ। ਉਹ ਤਾਂ ਹਾਲੇ ਦਿਸੇ ਹੀ ਨਹੀਂ ਸਨ ਇਹਨਾਂ ਨੂੰ, ਜਿਹੜੇ ਮਹਾਰਾਜ ਜੀ ਦੇ ਗੁਪਤ ਖਜ਼ਾਨੇ ਦੀਆਂ ਫੌਜਾਂ ਸਨ। ਘਨੇ ਫਕੀਰ ਨ ਰਨ ਕੋ ਆਵਹਿ, ਕਹਿੰਦੇ ਬਾਕੀ ਉੱਥੇ ਫਕੀਰਾਂ ਦੇ ਟੋਲੇ ਜ਼ਰੂਰ ਵੇਖੇ ਨੇ, ਮੋਟੀਆਂ ਮੋਟੀਆਂ ਗੋਗੜਾਂ ਵਾਲੇ ਸਾਧ ਜਿਹੜੇ ਨੇ ਉਹ ਜ਼ਰੂਰ ਵੇਖੇ ਨੇ ਉੱਥੇ ਫਿਰਦੇ। ਬੈਠੇ ਨਿਤ ਕਰਾਹੇ ਕੋ ਖਾਵੇ, ਉਹ ਬੈਠੇ 2-2 3-3 ਸ਼ੇਰ ਕੜਾਹ ਜ਼ਰੂਰ ਖਾ ਜਾਂਦੇ ਨੇ ਉੱਥੇ। 5-5 ਸ਼ੇਰ ਕੜਾਹ ਖਾਣ ਵਾਲੇ ਸਾਧ ਬੈਠੇ ਉੱਥੇ ਅਸੀਂ ਵੇਖੇ ਨੇ। ਇਹ ਸੈਨਾ ਸੰਗੀ ਲਿਹੋ ਜਾਨ, ਇਹ ਸੈਨਾ ਹੈ ਗੁਰੂ ਜੀ ਦੇ ਨਾਲ, ਆਹ ਦਾ ਫੌਜ ਹੈ ਉਹਨਾਂ ਦੇ ਨਾਲ ਜਿਹੜੀ ਅਸੀਂ ਉੱਪਰ ਦੱਸੀ ਹੈ, ਜੋ ਮੈਂ ਤੁਮ ਸੋ ਕੀ ਨ ਬਖਾਨ, ਜਿਹੜੀ ਅਸੀਂ ਤੈਨੂੰ ਵਿਖਿਆਨ ਕਰਕੇ ਕਹੀ ਹੈ। ਤੁਮ ਯਾਰ ਤੁਮਰੋ ਦਲ ਕਿਤ ਰਹੋ, ਤੂੰ ਔਰ ਤੇਰਾ ਦਲ ਕਿਤੇ ਰਹੇ। ਹਮ ਹੀ ਘਨੇ ਹਤਨ ਕੋ ਲਹੋ, ਤੁਹਾਨੂੰ ਤਾਂ ਲੜਨ ਦੀ ਲੋੜ ਹੀ ਨਹੀਂ ਪੈਣੀ, ਅਸੀਂ ਲੜ ਕੇ ਜਿੱਤ ਲੈਣਾ ਉਹਨਾਂ ਨੂੰ। ਤੁਹਾਨੂੰ ਤਾਂ ਜਾਣਾ ਹੀ ਨਹੀਂ ਪੈਣਾ ਉੱਥੇ, ਤੁਸੀਂ ਭਾਵੇਂ ਇੱਥੇ ਬੈਠੇ ਰਹੋ, ਅਸੀਂ ਇਕੱਲੇ ਹੀ ਜਾ ਕੇ ਲੜ ਆਉਨੇ ਆ। ਫਤਿਹ ਖੁਦਾਏ ਸੁਗਮ ਤੁਝ ਦਈ, ਇਹ ਤਾਂ ਫਤਿਹ ਸ਼ਾਹ ਤੇਰੇ ਨਾਂ ਵਾਂਗੂ ਤੈਨੂੰ ਫਤਿਹ ਸੌਖੀ ਮਿਲ ਜਾਣੀ ਹੈ। ਭੀਮ ਚੰਦ ਨ ਹੈ ਪ੍ਰਾਪਤ ਭਈ, ਜਿਹੜੀ ਫਤਿਹ ਭੀਮ ਚੰਦ ਨੂੰ ਨਹੀਂ ਪ੍ਰਾਪਤ ਹੋਈ ਉਹ ਤੈਨੂੰ ਮਿਲ ਜਾਣੀ ਹੈ। ਹਾਂਜੀ, ਜੇਕਰ ਦੇਖੋ ਗੁਰੂ ਖਜ਼ਾਨਾ, ਜੇਕਰ ਗੁਰੂ ਦੇ ਖਜ਼ਾਨੇ ਦੀ ਗੱਲ ਕਰੀਏ, ਜਿਹੜਾ ਗੁਰੂ ਕੋਲ ਧਨ ਦੌਲਤ ਹੈ ਉਹਦੀ ਗੱਲ ਕਰੀਏ, ਦੇਸ਼ਾਂਤਰ ਕੀ ਵਸਤੂ ਨਾਨਾ, ਫਿਰ ਦੇਸ਼ਾਂ ਦੇਸ਼ਾਂਤਰਾਂ ਦੀਆਂ ਨਾਨਾ ਪ੍ਰਕਾਰ ਦੀਆਂ ਵਸਤੂਆਂ ਉਹਨਾਂ ਦੇ ਖਜ਼ਾਨੇ ਵਿੱਚ ਨੇ, ਜੋ ਸ਼ਾਹਨ ਕੋ ਪ੍ਰਾਪਤ ਨਾਹੀ, ਜਿਹੜੀਆਂ ਵੱਡਿਆਂ ਵੱਡਿਆਂ ਸ਼ਾਹੂਕਾਰਾਂ ਬਾਦਸ਼ਾਹਾਂ ਨੂੰ ਵੀ ਨਹੀਂ ਪ੍ਰਾਪਤ ਹੁੰਦੀਆਂ। ਅਪਰ ਕਹਾ ਨਰ ਪਾਵਤ ਤਾਹੀ, ਬਾਕੀ ਆਮ ਬੰਦੇ ਨੂੰ ਤਾਂ ਕਿਤੇ ਮਿਲਦੀਆਂ ਰਹੀਆਂ। ਧਰੇ ਰਜਤ ਪਣ ਅਨਗਨ ਜਹਾਂ, ਹਜ਼ਾਰਾਂ ਰੁਪਈਆ ਉਹਨਾਂ ਨੇ ਗਿਣਤੀ ਕੋਈ ਨਹੀਂ ਜਿੰਨਾ ਉਹਨਾਂ ਨੇ ਆਪਣੇ ਖਜ਼ਾਨੇ 'ਚ ਰੱਖਿਆ ਹੋਇਆ। ਕੀ ਰਗਦੀ ਨਾਰਨ ਗਨ ਚਹਾਂ, ਤੇ ਫਿਰ ਸੋਨੇ ਦੇ ਦਿਨਾਰ ਅਸ਼ਰਫੀਆਂ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਵਸਤਰ ਵਿਭੂਖਨ ਕਿਆ ਗਿਨ ਕਹੋ, ਗਹਿਣੇ ਵਸਤਰਾਂ ਦੀ ਤਾਂ ਕੀ ਗਿਣਤੀ ਕਰੀਏ। ਲੱਖ ਹੋ ਧਨ ਕੀ ਕੀਮਤ ਲਹੋ, ਲੱਖਾਂ ਰੁਪਏ ਦੀ ਲਾਗਤ ਦਾ ਉਹਨਾਂ ਦੇ ਕੋਲ ਗਹਿਣੇ ਤੇ ਵਸਤਰ ਹੀ ਹਨ। ਸੋ ਸਭ ਲੁੱਟੋ ਭਰੇ ਖਜ਼ਾਨੇ, ਉਹ ਖਜ਼ਾਨੇ ਭਰੇ ਪਏ ਨੇ, ਚੱਲ ਕੇ ਲੁੱਟ ਲਓ। ਜਰੇ ਜਵਾਹਰ ਅਜਬ ਮਹਾਨੇ, ਕੀਮਤੀ ਜਰੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਨੇ ਗਹਿਣੇ। ਤੁਮ ਤੇ ਹਮ ਨਾ ਚਾਕਰੀ ਲੈ ਹੈ, ਹਾਂ ਤੇਰੇ ਕੋਲੋਂ ਫਤਿਹ ਸ਼ਾਹ ਅਸੀਂ ਕੋਈ ਤਨਖਾਹ ਨਹੀਂ ਲੈਣੀ, ਲੁੱਟ ਆਪਣੀ ਕਿਸੂ ਨਾ ਦੇ ਹੈ, ਪਰ ਜਿਹੜੀ ਅਸੀਂ ਉੱਥੋਂ ਲੁੱਟ ਕਰਨੀ ਆ ਉਹ ਨਹੀਂ ਅਸੀਂ ਕਿਸੇ ਨੂੰ ਦੇਣੀ। ਪਰ ਕੀ ਪਤਾ ਸੀ ਹਾਤ ਖਾਂ ਵਰਗਿਆਂ ਨੂੰ ਕਿ ਜਿਨ੍ਹਾਂ ਨੂੰ ਕੜਾਹ ਖਾਣੇ ਸਾਧ ਕਹਿੰਦਾ ਹੈ, ਉਹਨਾਂ ਨੇ ਸੋਟੇ ਨਾਲ ਇਹਦਾ ਸਿਰ ਭੰਨ ਦੇਣਾ, ਇਦਾਂ ਜਿਵੇਂ ਮੱਖਣ ਦੀ ਮਟਕੀ ਭੰਨੀ ਦੀ ਹੈ। ਜਿਨ੍ਹਾਂ ਨੂੰ ਕਹਿੰਦਾ ਉਹ ਸਾਧ ਨੇ ਕੜਾਹ ਖਾਣ ਵਾਲੇ 4-4 ਕਿਲੋ ਕੀ ਲੜਨਗੇ। ਅੱਗੇ ਆਉਣੀਆਂ ਕਥਾ ਕਿਵੇਂ ਕਿਰਪਾਲ ਦਾਸ ਉਦਾਸੀ ਲੜਿਆ ਸੀ। ਫਿਰ ਤੋ ਉਸ ਵਕਤ ਕਹਿੰਦੇ ਜੀ ਅਸੀਂ ਤਾਂ ਜਾ ਕੇ ਸਿਰਫ ਆਪਣੀ ਉਹ ਜਿਹੜੀ ਲੁੱਟ ਆ ਉਹ ਸਾਨੂੰ ਮਾਫ ਕਰ ਦਿਓ, ਪੈਸਾ ਅਸੀਂ ਨਾ ਤੁਹਾਨੂੰ ਕੁਝ ਦੇਣਾ, ਜਿਹੜੀ ਲੁੱਟ ਲੁੱਟਣੀ ਆ ਉਹਦੇ 'ਚ ਕੋਈ ਹਿੱਸਾ ਨਹੀਂ ਦੇਣਾ।
करके मारन मरन महाना ਔਰ ਮਾਰਨਾ ਮਰਨਾ ਕਰਾਂਗੇ। ਲੈ ਹੈ ਗੁਰ ਕੋ ਲੂਟ ਖਜ਼ਾਨਾ ਗੁਰੂ ਦਾ ਖਜ਼ਾਨਾ ਲੁੱਟ ਲਵਾਂਗੇ। ਪੁੱਤਰ ਪੌਤਰੇ ਤੱਕ ਰੁਜ਼ਗਾਰਾ ਸਾਡੇ ਪੁੱਤਰਾਂ ਪੋਤਰਿਆਂ ਤੱਕ ਸਾਨੂੰ ਲੋੜ ਨਹੀਂ ਪੈਣੀ ਮੁੜ ਕੇ। ਜਾਨ ਗੁਰੂ ਸੰਗ ਕੀਨ ਬਿਗਾਰਾ ਇਸੇ ਕਰਕੇ ਅਸੀਂ ਗੁਰੂ ਦੇ ਨਾਲ ਵਿਗਾੜ ਕਰਕੇ ਆਏ ਹਾਂ। ਤੁਮ ਲੈ ਫਤਿਹ ਦਰਬ ਲੈ ਹਮ ਹੀ ਤੂੰ ਜਿੱਤ ਪ੍ਰਾਪਤ ਕਰ ਤੇ ਜਿਹੜਾ ਗੁਰੂ ਦਾ ਖਜ਼ਾਨਾ ਉਹ ਅਸੀਂ ਲਵਾਂਗੇ। ਤੂੰ ਜਿੱਤ ਪ੍ਰਾਪਤ ਕਰ ਲੈ, ਖਜ਼ਾਨਾ ਅਸੀਂ ਸਾਂਭਾਂਗੇ। ਲਰਨ ਬਿਖਿਆ ਏ ਇਮ ਸਮਹੀ ਏਦਾਂ ਲੜਨ ਵਿੱਚ ਤੇ ਅਸੀਂ ਇੱਕ ਸਮ ਹੀ ਹਾਂ। ਫਤਿਹ ਸ਼ਾਹ ਸੁਨਿਅਤ ਹਰ ਖਾਇਓ ਸੁਣ ਕੇ ਫਤਿਹ ਸ਼ਾਹ ਬੜਾ ਖੁਸ਼ ਹੋਇਆ। ਮਨਹੁ ਗੁਰੂ ਕੋ ਜੈ ਕਰ ਆਇਓ ਮਾਨੋ ਇਹਨੇ ਸੋਚਿਆ ਵੀ ਇਹ ਪਠਾਨ ਨਹੀਂ ਆਏ ਤਾਂ ਗੁਰੂ ਨੂੰ ਜਿੱਤ ਕੇ ਆ ਗਏ ਨੇ ਮੇਰੇ ਕੋਲ। ਲਰਬੇ ਹੇਤ ਮਹਾ ਉਤਸਾਹ ਇਹਦੇ ਅੰਦਰ ਲੜਨ ਦਾ ਉਤਸ਼ਾਹ ਹੈ। ਭੀਖਨ ਖਾਨ ਰਾਖ ਨਿਜ ਪਾਹਾ ਭੀਖਣ ਖਾਨ ਨੂੰ ਇਹਨੇ ਆਪਣੇ ਕੋਲ ਰੱਖ ਲਿਆ ਵੀ ਲੜਨ ਵਾਸਤੇ ਤਾਂ ਮੇਰੇ ਨਾਲ ਬਰਾਬਰ ਲੜਨਗੇ, ਪਰ ਲੁੱਟ ਜਿਹੜੀ ਆ ਉਹ ਇਹਨਾਂ ਨੂੰ ਮਾਫ ਕਰਨੀ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਜਿਵੇਂ ਪਾਪੀ ਵੱਧ ਕੇ ਆ ਰਹੇ ਨੇ, ਭਗਾਣੀ ਦੇ ਜੰਗ ਦੀ ਪ੍ਰਾਰੰਭਤਾ ਹੋ ਰਹੀ ਹੈ, ਜਿਵੇਂ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।